ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਸ਼੍ਰੀ ਸੁਖਮਨੀ ਸਾਹਿਬ ਦੀ ਪੰਜਵੀਂ ਅਸ਼ਟਪਦੀ ਦੇ 3 ਪਦਾਂ ਦੀ ਕਥਾ ਹੋ ਗਈ ਸੀ। ਅੱਜ ਚੌਥੇ ਪਦ ਦੀ ਕਥਾ ਸ਼ੁਰੂ ਹੋਣੀ ਹੈ। ਮਿਥਿਆ ਤਾਨ ਧਾਨ ਕੁਟੰਬ ਸਬਾਇਆ। ਮਿਥਿਆ ਹੁੰਦਾ ਨਾਸ਼ਵਾਨ, ਜਿਸ ਨੇ ਸਦਾ ਨਹੀਂ ਰਹਿਣਾ। ਸੱਚ ਹੁੰਦਾ ਜਿਹਨੇ ਸਦਾ ਰਹਿਣਾ। ਝੂਠ ਹੁੰਦਾ ਜਿਸ ਨੇ ਸਦਾ ਨਹੀਂ ਰਹਿਣਾ। ਝੂਠ ਨੂੰ ਮਿਥਿਆ ਵੀ ਕਿਹਾ ਗਿਆ ਹੈ। ਇੱਕ ਤੇ ਮਿਥਿਆ ਦੇ ਅਰਥ ਇੱਥੇ ਆਉਣਗੇ ਨਾਸ਼ਵਾਨ, ਤੇ ਕਿਤੇ ਕਿਤੇ ਅਰਥ ਆਉਣਗੇ ਵਿਅਰਥ। ਜਿੱਥੇ ਨਾਸ਼ਵਾਨ ਅਰਥ ਹੋਣਗੇ ਉੱਥੇ ਨਾਸ਼ਵਾਨ ਕੀਤੇ ਜਾਣਗੇ, ਜਿੱਥੇ ਵਿਅਰਥ ਹੋਣਗੇ ਉੱਥੇ ਵਿਅਰਥ ਕੀਤੇ ਜਾਣਗੇ। ਮਿਥਿਆ ਤਾਨ ਧਾਨ ਕੁਟੰਬ ਸਵਾਇਆ। ਸਵਾਇਆ ਮੈਨੇ ਸਾਰਾ, ਇਸ ਸਰੀਰ, ਧਨ ਧਨ ਦੌਲਤ, ਕੁਟੰਬ ਸਵਾਇਆ ਸਾਰਾ ਪਰਿਵਾਰ, ਇਹ ਨਾਸ਼ਵਾਨ ਹੈ। ਨਾ ਧਨ ਨੇ ਸਦਾ ਰਹਿਣਾ, ਨਾ ਧਨ ਨੇ ਸਦਾ ਰਹਿਣਾ, ਤੇ ਨਾ ਇਸ ਪਰਿਵਾਰ ਨੇ ਸਦਾ ਰਹਿਣਾ। ਇਹ ਸਮਾਂ ਪਾ ਕੇ ਬਿਨਸ ਜਾਣ ਵਾਲੀਆਂ ਚੀਜ਼ਾਂ ਹਨ, ਨਾਸ਼ਵਾਨ ਹਨ, ਇਸ ਲਈ ਇਹਨਾਂ ਨੂੰ ਮਿਥਿਆ ਕਿਹਾ ਗਿਆ ਹੈ। ਕਿਉਂਕਿ ਗੁਰੂ ਮਹਾਰਾਜ ਸਮਝਾਉਣਗੇ ਨਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਮਿਥਿਆ ਨੇ, ਵੀ ਤੂੰ ਇਹਨਾਂ ਦੇ ਮਗਰ ਨਾ ਲੱਗ। ਕਈ ਵਾਰੀ ਮਨੁੱਖ ਨਾਸ਼ਵਾਨ ਚੀਜ਼ਾਂ ਦੇ ਮਗਰ ਲੱਗ ਕੇ ਜੋ ਸਦਾ ਰਹਿਣ ਵਾਲਾ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਪਹਿਲਾਂ ਇਹ ਨਾਸ਼ਵਾਨ ਬਾਰੇ ਦੱਸੀ ਜਾਣਗੇ, ਫਿਰ ਅਖੀਰ 'ਤੇ ਕਹਿਣਗੇ ਸਾਨੂੰ ਵੀ ਤੁਸੀਂ ਨਾਮ ਜਪੋ, ਰੱਬ ਨੂੰ ਯਾਦ ਕਰੋ। ਪਹਿਲਾਂ ਸਾਨੂੰ ਦੱਸ ਰਹੇ ਨੇ ਕਿ ਜਿਹੜਾ ਤਨ ਹੈ, ਧਨ ਹੈ, ਸਾਰਾ ਪਰਿਵਾਰ ਹੈ, ਇਹ ਮਿਥਿਆ ਹੈ, ਇਹ ਨਾਸ਼ਵਾਨ ਹੈ। ਮਿਥਿਆ ਹਉਮੈ ਮਮਤਾ ਮਾਇਆ। ਮਮਤਾ ਹੁੰਦੀ ਮੋਹ। ਜਿਵੇਂ ਮਾਂ ਦੀ ਬੱਚੇ 'ਚ ਮਮਤਾ ਪਿਤਾ ਨਾਲੋਂ ਜ਼ਿਆਦਾ ਹੁੰਦੀ ਹੈ। ਮਾਇਆ ਦਾ ਮੋਹ ਕਈਆਂ 'ਚ ਬਹੁਤ ਹੁੰਦਾ ਹੈ। ਫਿਰ ਕਈ ਵਾਰੀ ਮਾਇਆ ਕਰਨ ਅੰਦਰ ਹਉਮੈ ਪੈਦਾ ਹੁੰਦੀ ਹੈ ਵੀ ਮੈਂ ਬਹੁਤ ਅਮੀਰ ਹਾਂ, ਮੇਰੇ ਕੋਲ ਬਹੁਤ ਮਾਇਆ ਹੈ। ਮਾਇਆ ਦਾ ਮੋਹ, ਮਾਇਆ ਕਾਰਨ ਜੋ ਹਉਮੈ ਪੈਦਾ ਹੁੰਦੀ ਹੈ, ਕਹਿੰਦੇ ਨਾ ਮਾਇਆ ਨੇ ਰਹਿਣਾ, ਮਿਥਿਆ ਨਾ। ਅਤੇ ਜਦੋਂ ਮਾਇਆ ਨੇ ਨਹੀਂ ਰਹਿਣਾ, ਅਤੇ ਉਹਦੇ ਪ੍ਰਤੀ ਜੋ ਮੋਹ ਹੈ ਜਾਂ ਉਸ ਕਾਰਨ ਜੋ ਹਉਮੈ ਹੈ ਉਹ ਵੀ ਨਹੀਂ ਰਹਿਣੀ। ਇਸ ਲਈ ਕਹਿੰਦੇ ਇਹ ਮਿਥਿਆ ਹੈ, ਇਹ ਨਾਸ਼ਵਾਨ ਹੈ। ਮਿਥਿਆ ਰਾਜ ਜੋਬਨ ਧਨ ਮਾਲ। ਰਾਜ ਭਾਗ ਹੈ, ਜੋਬਨ ਜਵਾਨੀ ਹੈ, ਧਨ ਹੈ, ਮਾਲ ਪਦਾਰਥਾਂ ਨੂੰ ਕਹਿੰਦੇ ਨੇ। ਕੋਲ ਬਹੁਤ ਪਦਾਰਥ ਨੇ। ਨਾ ਸਦਾ ਰਾਜ ਨੇ ਰਹਿਣਾ, ਨਾ ਸਦਾ ਜਵਾਨੀ ਨੇ ਰਹਿਣਾ, ਨਾ ਸਦਾ ਧਨ ਨੇ ਰਹਿਣਾ, ਅਤੇ ਨਾ ਸਦਾ ਪਦਾਰਥਾਂ ਨੇ ਰਹਿਣਾ। ਇਹ ਸਭ ਨਾਸ਼ਵਾਨ ਮਿਥਿਆ ਨੇ। ਇਹ ਨਾਸ਼ਵਾਨ ਚੀਜ਼ਾਂ ਨੇ। ਮਿਥਿਆ ਕਾਮ ਕ੍ਰੋਧ ਵਿਕਰਾਲ। ਵਿਕਰਾਲ ਹੁੰਦਾ ਭਿਆਨਕ, ਜਿਹਨੂੰ ਵੇਖ ਕੇ ਬੰਦੇ ਨੂੰ ਡਰ ਲੱਗੇ। ਡਰਾਉਣੀ ਚੀਜ਼ ਨੂੰ ਵੀ ਭਿਆਨਕ ਕਹਿੰਦੇ ਨੇ, ਕਿਉਂਕਿ ਕਾਮ ਕ੍ਰੋਧ ਸਾਡੇ ਤੋਂ ਬੜੇ ਹੀ ਭਿਆਨਕ ਪਾਪ ਕਰਵਾ ਲੈਂਦਾ ਹੈ। ਕਾਮ ਦੇ ਅਧੀਨ ਆਇਆ ਹੋਇਆ ਬੰਦਾ, ਕ੍ਰੋਧ ਦੇ ਅਧੀਨ ਆਇਆ ਹੋਇਆ ਬੰਦਾ ਬਹੁਤ ਮਾੜੇ ਕੰਮ ਕਰ ਸਕਦਾ ਹੈ। ਇੱਕ ਵਾਰੀ ਮੈਂ ਅਖਬਾਰ 'ਚ ਪੜ੍ਹਿਆ, ਇੱਕ ਔਰਤ ਹੈ, ਇੱਕ ਉਹਦਾ ਮੁੰਡਾ, ਬਸ 2 ਹੀ ਜੀ ਨੇ। ਉਹ ਵਿਚਾਰੀ ਗਰੀਬ ਸੀ, ਮੁੰਡਾ ਜੇ ਕੋਈ ਕਮਾਈ ਨਹੀਂ ਸੀ ਕਰਦਾ। ਹੁਣ ਗਰੀਬ ਬੰਦਾ ਜਦੋਂ ਬਾਜ਼ਾਰ ਜਾਂਦਾ ਸਬਜ਼ੀ ਲੈਣੀ ਹੈ, ਉਹ ਸਾਰੀਆਂ ਸਬਜ਼ੀਆਂ ਦੇ ਭਾਅ ਪੁੱਛਦਾ, ਜਿਹੜੀ ਸਸਤੀ ਹੁੰਦੀ ਹੈ ਉਹ ਲੈ ਕੇ ਆਉਂਦਾ ਹੈ। ਮਹਿੰਗੀ ਜੋਗੇ ਤਾਂ ਪੈਸੇ ਨਹੀਂ ਹੁੰਦੇ ਗਰੀਬ ਕੋਲ। ਉਹ ਕੱਦੂ ਖਰੀਦ ਲਿਆਈ, ਕੱਦੂਆਂ ਦੀ ਸਬਜ਼ੀ ਬਣਾਤੀ।
ਜਦੋਂ ਸਬਜ਼ੀ ਮੁੰਡੇ ਨੂੰ ਦਿੱਤੀ ਰੋਟੀ ਨਾਲ, ਮੁੰਡਾ ਇਹ ਕੀ ਕੱਦਖਾਨਾ ਬਣਾਤਾ। ਕੱਦੂ ਨੂੰ ਕੱਦਖਾਨਾ ਹੀ ਕਹਿੰਦਾ। ਮਾਂ ਕਹਿੰਦੇ ਪੁੱਤ ਆਪਾਂ ਗਰੀਬ ਹਾਂ, ਵੀ ਹੋਰ ਸਬਜ਼ੀ ਲਈ ਪੈਸੇ ਨਹੀਂ ਸਨ। ਅਗਲੇ ਦਿਨ ਵਿਚਾਰੀ ਫਿਰ ਬਾਜ਼ਾਰ ਗਈ, ਫਿਰ ਜਿਹੜਾ ਹੈ ਕੱਦੂ ਹੀ ਸਸਤੇ ਸਨ। ਅਗਲੇ ਦਿਨ ਵੀ ਕੱਦੂ ਦੀ ਸਬਜ਼ੀ ਬਣਾਤੀ। ਜਦੋਂ ਮੁੰਡੇ ਰੋਟੀ ਨਾਲ ਸਬਜ਼ੀ ਦਿੱਤੀ, ਉਹਨੂੰ ਗੁੱਸਾ ਚੜ੍ਹਿਆ ਮੁੰਡੇ ਨੂੰ। ਅਜੇ ਮਾਂ ਰੋਟੀਆਂ ਪਕਾ ਰਹੀ ਸੀ, ਉਹ ਉਸ ਤੋਂ ਵੇਲਣਾ ਖੋਹ ਕੇ ਇੰਨੇ ਜ਼ੋਰ ਦੀ ਆਪਣੀ ਮਾਂ ਦੇ ਸਿਰ 'ਚ ਮਾਰਿਆ, ਮਾਂ ਉੱਥੇ ਹੀ ਮਰ ਗਈ। ਅਤੇ ਮੁੰਡੇ ਨੂੰ ਪੁਲਿਸ ਫੜ ਕੇ ਲੈ ਗਈ। ਮੈਂ ਹਾਂ ਹੁਣ ਖਾ ਲਿਆ ਗੋਭੀ। ਕੱਦ ਖਾਨੇ ਹੀ ਦੱਸਦੇ ਨੇ। ਕ੍ਰੋਧ ਹੈ, ਕ੍ਰੋਧ ਦੇ ਵਿੱਚ ਸੋਚਿਆ ਹੀ ਨਹੀਂ ਹੈਗਾ। ਮਾਂ ਵੀ ਮਾਂ ਮਰ ਗਈ ਅਤੇ ਮੁੰਡੇ ਨੂੰ ਜੇਲ੍ਹ ਹੋ ਗਈ, ਪੁਲਿਸ ਫੜ ਕੇ ਲੈ ਗਈ। ਇਹ ਇਸੇ ਤਰ੍ਹਾਂ ਦਾ ਕਾਮ ਚੜ੍ਹਦਾ ਹੈ, ਇਹ ਫਿਰ ਜਿਹੜਾ ਬਲਾਤਕਾਰ ਕਰਾਉਂਦਾ ਹੈ। ਬੰਦੇ ਦਾ ਬੜਾ ਭਿਆਨਕ ਰੂਪ ਹੋ ਜਾਂਦਾ ਹੈ। ਕਾਮੀ ਬੰਦੇ ਦਾ, ਕ੍ਰੋਧੀ ਬੰਦੇ ਦਾ, ਉਹਦਾ ਸ਼ਕਲ ਦੇਖਣ ਵਾਲੀ ਹੁੰਦੀ ਹੈ, ਬੜਾ ਭਿਆਨਕ ਰੂਪ ਹੋ ਜਾਂਦਾ ਹੈ। ਪਰ ਗੁਰੂ ਮਹਾਰਾਜ ਕਹਿੰਦੇ ਸਭ ਮਿਥਿਆ ਹੈ। ਮਿਥਿਆ ਰਾਥ ਹਸਤੀ ਅਸ਼ਵ ਬਸਤਰਾ। ਅਸ਼ਵ ਪੜ੍ਹਨਾ ਇਸ ਨੂੰ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਆੜਾ ਸੱਸੇ ਨੂੰ ਔਂਕੜ ਅਸੂ, ਇਹਨੂੰ ਘੋੜਾ ਕਹਿੰਦੇ। ਪੁਰਾਤਨ ਹਿੰਦੀ 'ਚ ਅਸੂ ਮਨੇ ਘੋੜਾ ਹੁੰਦਾ ਸੀ। ਅੱਜ ਕਹਿੰਦੇ ਘੋੜਾ, ਘੋੜਾ। ਸੰਸਕ੍ਰਿਤ ਦੇ ਘੋੜੇ ਨੂੰ ਅਸ਼ਵ ਕਹਿੰਦੇ ਨੇ। ਇਹਨੂੰ ਅਸਵ ਨਹੀਂ ਪੜ੍ਹਨਾ, ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ, ਕਿਉਂਕਿ ਸੰਸਕ੍ਰਿਤ ਦਾ ਸ਼ਬਦ ਹੈ ਅਸ਼ਵ, ਘੋੜੇ। ਬਸਤਰਾ ਮਨੇ ਕੱਪੜੇ। ਮਿਥਿਆ ਰਾਥ ਹਸਤੀ ਅਸ਼ਵ ਬਸਤਰਾ। ਇਹ ਜਿਹੜੇ ਰਾਥ ਨੇ, ਹਸਤੀ ਮੈਨੇ ਹਾਥੀ, ਅਸ਼ਵ ਮੈਨੇ ਘੋੜੇ, ਬਸਤਰਾ ਮੈਨੇ ਕੱਪੜੇ, ਇਹ ਵੀ ਨਾਸ਼ਵਾਨ ਨੇ, ਇਹ ਵੀ ਮਿਥਿਆ ਨੇ, ਇਹਨੂੰ ਵੀ ਸਦਾ ਨਹੀਂ ਰਹਿਣਾ। ਮਿਥਿਆ ਰੰਗ ਸੰਗ ਮਾਇਆ ਪੇਖ ਹਸਤ। ਮਾਇਆ ਕੋਲ ਹੈ, ਮਾਇਆ ਦੀ ਰੰਗ ਬੜੀਆਂ ਮੌਜਾਂ ਨੇ। ਮਾਇਆ ਮੌਜਾਂ ਲਾਈ ਰੱਖਦੀ ਹੈ। ਹੁਣ 2 ਮਹੀਨੇ ਹੋ ਗਏ, ਸਾਰਾ ਹਿੰਦੁਸਤਾਨ ਬੰਦ ਹੈ, ਪਰ ਅਮੀਰ ਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ 6 ਮਹੀਨੇ ਬੰਦ ਰਹੇ, ਉਹਦੇ ਕੋਲ ਮਾਇਆ ਹੈ। ਦੂਜਿਆਂ ਨੂੰ 2-2 ਰੋਟੀਆਂ ਦੇ ਲਾਲੇ ਪਏ ਹੁੰਦੇ ਨੇ, ਪਰ ਅਮੀਰ ਦੇ ਘਰ ਕਦੇ ਕੁਛ ਬਣ ਰਿਹਾ, ਕਦੇ ਕੁਛ ਬਣ ਰਿਹਾ। ਬੱਚੇ ਵਿਹਲੇ ਨੇ, ਮਾਂ ਨੂੰ ਕਹਿੰਦੇ ਅੱਜ ਆਹ ਬਣਾ ਲੈ, ਅੱਜ ਆਹ ਬਣਾ ਲੈ। ਬਣ ਸਕਦੇ ਕਿਉਂਕਿ ਘਰ 'ਚ ਪੈਸਾ ਹੈ। ਇਸ ਲਈ ਪੈਸਾ ਜਿਹੜਾ, ਮਾਇਆ ਜਿਹੜੀ ਹੈ, ਇਹ ਮੌਜਾਂ ਲਾਈ ਰੱਖਦੀ ਹੈ। ਮਾਇਆ ਨੂੰ ਵੇਖ ਕੇ ਬੰਦਾ ਹੱਸਦਾ ਮੈਂ ਖੁਸ਼ ਹੁੰਦਾ ਹੈ। ਮਾਇਆ ਨੂੰ ਵੇਖ ਕੇ ਬੰਦਾ ਹੱਸਦਾ ਹੈ, ਖੁਸ਼ ਹੁੰਦਾ ਹੈ। ਮਾਇਆ ਦੀ ਸੰਗਤ ਕਰਕੇ ਮੌਜਾਂ ਮਾਣਦਾ ਹੈ, ਪਰ ਇਹ ਮਾਇਆ ਮਿਥਿਆ। ਇਸ ਲਈ ਮਾਇਆ ਨਾਲ ਜਿਹੜੀ ਮੌਜਾਂ ਨੇ ਨਾ, ਇਹ ਵੀ ਮਿਥਿਆ ਹਨ। ਮਿਥਿਆ ਧਰੋ ਮੋਹ ਅਭਿਮਾਨ। ਮਨੁੱਖ ਲੋਕਾਂ ਨਾਲ ਧਰੋਹ ਕਰਦਾ, ਠੱਗੀਆਂ ਕਰਦਾ, ਧੋਖੇ ਦਿੰਦਾ ਹੈ, ਮੋਹ ਕਰਦਾ, ਅਭਿਮਾਨ ਹੰਕਾਰ ਕਰਦਾ ਹੈ। ਇਹ ਜਿਹੜਾ ਠੱਗੀ ਧਰੋਹ ਕਰਨਾ ਹੈ, ਠੱਗੀਆਂ ਕਰਨਾ ਹੈ, ਮੋਹ ਕਰਨਾ, ਹੰਕਾਰ ਕਰਨਾ, ਕਹਿੰਦੇ ਸਭ ਮਿਥਿਆ ਹੈ। ਕਿਉਂਕਿ ਜਿਹੜਾ ਹੰਕਾਰ ਕਰ ਰਿਹਾ ਹੈ, ਜਿਹੜਾ ਠੱਗੀਆਂ ਕਰ ਰਿਹਾ ਹੈ, ਜਿਹੜਾ ਮੋਹ ਦੇ ਵਿੱਚ ਹੈ, ਉਹਨੇ ਆਪ ਹੀ ਨਹੀਂ ਰਹਿਣਾ, ਅਤੇ ਫਿਰ ਇਹ ਚੀਜ਼ਾਂ ਵੀ ਨਹੀਂ ਰਹਿਣੀਆਂ। ਇਹ ਮਿਥਿਆ ਨੇ। ਮਿਥਿਆ ਆਪਸ ਉੱਪਰ ਕਰਤ ਗੁਮਾਨ। ਜਿਹੜਾ ਆਪਣੇ ਉੱਤੇ ਹੰਕਾਰ ਕਰਦਾ ਹੈ, ਉਹ ਵੀ ਵਿਅਰਥ ਹੈ। ਹੰਕਾਰ ਕਰਨਾ ਵਿਅਰਥ ਹੈ, ਕਿਉਂਕਿ ਪਰਮਾਤਮਾ ਕਹਿੰਦਾ ਵੀ ਤੂੰ ਕਿਸ ਚੀਜ਼ ਦਾ ਹੰਕਾਰ ਕਰਦਾ। ਮੰਨ ਲਓ ਕੋਈ ਚੀਜ਼ ਮੇਰੀ ਹੈ, ਉਸ 'ਤੇ ਤਾਂ ਮੈਂ ਮਾਣ ਕਰ ਸਕਦਾ, ਹੰਕਾਰ ਕਰ ਸਕਦਾ, ਪਰ ਜਦ ਤੁਸੀਂ ਬਾਣੀ ਨੂੰ ਧਿਆਨ ਨਾਲ ਪੜ੍ਹੋਗੇ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਸਾਡਾ ਤਾਂ ਕੁਝ ਵੀ ਨਹੀਂ, ਸਾਡਾ ਤਾਂ ਸਰੀਰ ਹੀ ਨਹੀਂ, ਇਹ ਵੀ ਪਰਮਾਤਮਾ ਦਾ ਦਿੱਤਾ ਹੋਇਆ ਹੈ।
ਜੋ ਕੁਛ ਵੀ ਸਾਡੇ ਕੋਲੇ ਹੈ ਦੇਖਣ ਨੂੰ ਐਂ ਲੱਗਦਾ ਵੀ ਅਸੀਂ ਪੈਸੇ ਕਮਾਏ ਜੀ, ਨੌਕਰੀ ਕੀਤੀ, ਦੁਕਾਨਦਾਰੀ ਕੀਤੀ, ਕੋਈ ਕਹਿੰਦਾ ਮੈਂ ਵਪਾਰ ਕੀਤਾ, ਮੈਂ ਐਂ ਕੀਤਾ, ਮੈਂ ਆਪਣੇ ਪੈਸਿਆਂ ਨਾਲ ਇਸ ਤਰ੍ਹਾਂ ਖਰੀਦੇ। ਪਰਮਾਤਮਾ ਬੜਾ ਹੈਰਾਨ ਹੁੰਦਾ ਵੀ ਦੇਖੋ ਨੌਕਰੀ ਤਾਂ ਮੈਂ ਤੈਨੂੰ ਦਿੱਤੀ, ਬਈ ਜੇ ਮੈਂ ਤੈਨੂੰ ਨੌਕਰੀ ਨਾ ਦਿੰਦਾ ਤਾਂ ਤੂੰ ਇਹ ਚੀਜ਼ਾਂ ਕਿੱਥੋਂ ਖਰੀਦ ਲੈਂਦਾ, ਤੂੰ ਕਿੱਥੋਂ ਖਰੀਦਦਾ? ਜੇ ਮੈਂ ਤੈਨੂੰ ਵਪਾਰ ਕਰਦੀ ਅਕਲ ਹੀ ਨਾ ਦਿੰਦਾ ਤਾਂ ਤੂੰ ਤਾਂ ਵਪਾਰ 'ਚ ਫੇਲ ਹੋ ਜਾਣਾ ਸੀ। ਇੱਕ ਬੱਚਾ ਹੰਕਾਰ ਕਰਦਾ, ਮੈਂ ਕਲਾਸ 'ਚ ਫਸਟ ਆ ਗਿਆ ਹਾਂ, ਮੈਂ ਬੜੀ ਮਿਹਨਤ ਕੀਤੀ ਹੈ। ਇਹ ਬਾਕੀ ਜਿਹੜੇ ਫਿਰ ਤਾਂ ਨਲਾਇਕ ਨੇ। ਹੁਣ ਬੱਚੇ ਨੂੰ ਪੁੱਛੇ ਵੀ ਤੈਨੂੰ ਮਿਹਨਤ ਦਾ ਗੁਣ ਕਿਹਨੇ ਦਿੱਤਾ ਹੈ? ਦੂਜੇ ਕਿਉਂ ਨਹੀਂ ਮਿਹਨਤੀ ਹੋਏ? ਪਰਮਾਤਮਾ ਨੇ ਤੈਨੂੰ ਮਿਹਨਤ ਦਾ ਗੁਣ ਦਿੱਤਾ ਤਾਂ ਤੂੰ ਮਿਹਨਤੀ ਹੈ। ਦੂਜਿਆਂ ਨੂੰ ਗੁਣ ਨਹੀਂ ਦਿੱਤਾ, ਇਸ ਲਈ ਉਹ ਮਿਹਨਤੀ ਨਹੀਂ ਹੈਗੇ। ਧਰਮ ਕਹਿੰਦਾ ਹੈ ਇਨਸਾਨ ਜੋ ਕੁਛ ਵੀ ਤੇਰੇ ਕੋਲੇ ਹੈ ਨਾ, ਇਹ ਸਭ ਪਰਮਾਤਮਾ ਨੇ ਦਿੱਤਾ ਹੋਇਆ। ਇਸ ਲਈ ਕਹਿੰਦੇ ਤੂੰ ਕਾਹਦਾ ਗੁਮਾਨ ਕਰਦਾ, ਤੂੰ ਕਾਹਦਾ ਹੰਕਾਰ ਕਰਦਾ, ਤੂੰ ਆਪਣੇ ਉੱਪਰ ਗੁਮਾਨ ਕਰਦਾ, ਹੰਕਾਰ ਕਰਦਾ, ਇਹ ਸਭ ਵਿਅਰਥ ਹੈ। ਅਸਥਿਰ ਭਗਤ ਸਾਧ ਕੇ ਸ਼ਰਨ, ਅਸਥਿਰ ਹੁੰਦਾ ਸਦਾ ਰਹਿਣ ਵਾਲੀ। ਪਰਮਾਤਮਾ ਦੀ ਭਗਤੀ ਅਤੇ ਗੁਰੂ ਦੀ ਜਿਹੜੀ ਸ਼ਰਨ ਹੈ ਇਹ ਸਦਾ ਰਹਿਣ ਵਾਲੀ ਹੈ। ਬਾਕੀ ਦੇ ਸਭ ਮਿਥਿਆ ਹੈ। ਇਸ ਲਈ ਕਹਿੰਦੇ ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਗੁਰੂ ਮਹਾਰਾਜ ਕਹਿੰਦੇ ਮੈਂ ਤਾਂ ਹਰੀ ਦੇ ਚਰਨ। ਹੁਣ ਸਵਾਲ ਪੈਂਦਾ ਵੀ ਹਰੀ ਕਿਹੜਾ ਬੰਦਾ ਵੀ ਉਹਦੇ ਚਰਨ ਹੋਣਗੇ? ਕਿਤੇ ਵੀ ਗੁਰਬਾਣੀ ਕਿਸੇ ਵੀ ਧਾਰਮਿਕ ਗ੍ਰੰਥ 'ਚ ਇਹ ਨਹੀਂ ਲਿਖਿਆ ਕਿ ਪਰਮਾਤਮਾ ਦੇ ਜਿਹੜਾ ਹੈ ਕੋਈ ਪਰਮਾਤਮਾ ਬੰਦਾ ਹੈ ਜਾਂ ਕੋਈ ਪਸ਼ੂ ਹੈ ਜਾਂ ਕੋਈ ਪੰਛੀ ਹੈ। ਇਹ ਕਿਤੇ ਵੀ ਨਹੀਂ ਲਿਖਿਆ ਹੋਇਆ। ਫਿਰ ਤੁਸੀਂ ਕਹੋਗੇ ਇੱਥੇ ਚਰਨ ਤੋਂ ਕੀ ਭਾਵ ਹੈ? ਚਰਨ ਤੋਂ ਭਾਵ ਹਰੀ ਦੇ ਚਰਨ ਦਾ ਭਾਵ ਹੈ ਹਰੀ ਦਾ ਨਾਮ। ਗੁਰੂ ਮਹਾਰਾਜ ਕਹਿੰਦੇ ਮੈਂ ਤਾਂ ਹਰੀ ਦਾ ਨਾਮ ਜਪ ਜਪ ਕੇ ਜਿਉਂਦਾ ਹਾਂ, ਕਿਉਂਕਿ ਮੈਨੂੰ ਪਤਾ ਲੱਗਿਆ ਕਿ ਜਿਹੜੀ ਪਰਮਾਤਮਾ ਦੀ ਭਗਤੀ ਹੈ ਅਤੇ ਜਿਹੜਾ ਸਾਧੂ ਹੈ ਗੁਰੂ ਹੈ ਉਹੀ ਸਦਾ ਰਹਿਣ ਵਾਲੇ ਹਨ। ਇਸ ਲਈ ਕਹਿੰਦੇ ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ, ਕਿਉਂਕਿ ਉਹਨਾਂ ਨੂੰ ਗਿਆਨ ਹੋ ਗਿਆ ਕਿ ਬਾਕੀ ਸਭ ਕੁਝ ਤਾਂ ਮਿਥਿਆ ਹੈ, ਬਾਕੀ ਸਾਰਾ ਕੁਝ ਤਾਂ ਨਾਸ਼ਵਾਨ ਹੈ। ਉਹਦੇ ਨਾਲ ਜ਼ਿਆਦਾ ਜੁੜਨ ਦਾ ਕੀ ਫਾਇਦਾ ਹੈ? ਕਿਉਂਕਿ ਜਿਸ ਚੀਜ਼ ਨੇ ਨਾਸ਼ ਹੋ ਜਾਣਾ, ਜਦੋਂ ਸਾਡੇ ਜਿਉਂਦੇ ਜੀ ਉਹ ਚੀਜ਼ ਸਾਡੇ ਤੋਂ ਨਾਸ਼ ਹੋ ਗਈ ਸਾਨੂੰ ਬੜਾ ਦੁੱਖ ਹੋਣਾ। ਕਿਉਂ ਕੋਈ ਵੀ ਚੀਜ਼ ਜਿਹੜੇ ਕਾਫੀ ਸਮਾਂ ਕੋਲ ਰਹੇ ਨਾ ਉਹਦੇ ਨਾਲ ਮੋਹ ਹੋ ਜਾਂਦਾ। ਕੋਈ ਵੀ ਚੀਜ਼ ਜਦੋਂ ਕਈ ਸਾਲ ਸਾਡੇ ਕੋਲ ਰਹਿੰਦੀ ਹੈ ਸਾਡਾ ਉਸ ਨਾਲ ਮੋਹ ਹੋ ਜਾਂਦਾ। ਫਿਰ ਜਦੋਂ ਮੋਹ ਹੁੰਦਾ ਉਹ ਚੀਜ਼ ਗੁਆਚਦੀ ਹੈ ਜਾਂ ਟੁੱਟਦੀ ਹੈ ਜਾਂ ਉਹ ਮਰ ਜਾਂਦੀ ਹੈ, ਫਿਰ ਸਾਨੂੰ ਬੜਾ ਦੁੱਖ ਹੁੰਦਾ ਹੈ। ਕਿਉਂਕਿ ਦ੍ਰਿੜ ਹੀ ਨਹੀਂ ਹੋਇਆ ਕਿ ਇਹ ਚੀਜ਼ਾਂ ਨਾਸ਼ਵਾਨ ਹਨ, ਇਹ ਤਾਂ ਕੁਝ ਸਮੇਂ ਲਈ ਹਨ। ਜੇ ਰਹਿਣਾ ਤਾਂ ਸਦਾ ਪਰਮਾਤਮਾ ਨੇ ਰਹਿਣਾ ਹੈ, ਉਹਦੇ ਨਾਮ ਨੇ ਰਹਿਣਾ ਹੈ ਅਤੇ ਨਾਮ ਜਪਣ ਵਾਲੇ ਸਾਧੂਆਂ ਨੇ ਰਹਿਣਾ ਹੈ। ਇਸ ਲਈ ਸਿਆਣਾ ਬੰਦਾ ਜਿੱਥੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਰਤਦਾ ਨਾ, ਉੱਥੇ ਇਹ ਵੀ ਯਾਦ ਰੱਖਦਾ ਕਿ ਇਹ ਚੀਜ਼ਾਂ ਜਿਹੜੀਆਂ ਨਾਸ਼ਵਾਨ ਹਨ। ਇਸ ਲਈ ਇਹਨਾਂ ਨਾਲ ਬਹੁਤਾ ਮੋਹ ਨਹੀਂ ਪਾਉਣਾ। ਅਤੇ ਜੇ ਯਾਦ ਰੱਖਣਾ ਕਿਸੇ ਚੀਜ਼ ਨੂੰ ਹਰ ਵਕਤ ਪਰਮਾਤਮਾ ਨੂੰ ਯਾਦ ਰੱਖਣਾ ਹੈ, ਕਿਉਂਕਿ ਪਰਮਾਤਮਾ ਲੋਕ ਪਰਲੋਕ ਨਾਲ ਨਿਭਣ ਵਾਲੀ ਚੀਜ਼ ਹੈ। ਬਾਕੀ ਸਾਰੀਆਂ ਚੀਜ਼ਾਂ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਉਹਨਾਂ ਚਿਰ ਹੀ ਨੇ। ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਜਿਉਂਦੇ ਵੀ ਅਤੇ ਮਰਨ ਤੋਂ ਬਾਅਦ ਵੀ ਮਨੁੱਖ ਦੀ ਸਹਾਇਤਾ ਕਰਦਾ ਹੈ, ਕਿਉਂਕਿ ਪਰਮਾਤਮਾ ਦਾ ਨਾਮ ਸਾਡੇ ਨਾਲ ਹੀ ਜਾਂਦਾ ਹੈ। ਅੱਗੇ ਕਹਿੰਦੇ ਮਿਥਿਆ ਸ਼ਰਵਣ, ਇਹਨੂੰ ਸਰਵਣ ਨਹੀਂ ਕਹਿਣਾ,
ਇਹ ਹਿੰਦੀ ਦਾ ਸ਼ਬਦ ਹੈ, ਇਸ ਲਈ ਸੱਸੇ ਦੇ ਪੈਰ 'ਚ ਰਾਰਾ ਪਾਇਆ। ਸੱਸਾ ਰਾਰਾ ਅੱਡ ਹੁੰਦਾ, ਫਿਰ ਹੁੰਦਾ ਆਪਾਂ ਬੋਲਦੇ ਸ਼ਰਵਣ, ਫਿਰ ਵੀ ਸਰਵਣ ਨਹੀਂ ਸੀ ਬੋਲਣਾ, ਕਿਉਂਕਿ ਸਰਵਣ ਜਿਹੜਾ ਹੈ ਕੋਈ ਸ਼ਬਦ ਨਹੀਂ ਹੈਗਾ। ਹਿੰਦੀ ਦਾ ਸ਼ਬਦ ਹੈ ਸ਼ਰਵਣ। ਸ਼ਰਵਣ ਹੁੰਦੇ ਕੰਨ, ਜਿਹੜੇ ਆਪਣੇ ਕੰਨ ਨੇ। ਮਿੱਥਿਆ ਸ਼ਰਵਣ ਪਰ ਨਿੰਦਾ ਸੁਣੇ, ਉਹ ਕੰਨ ਜਿਹੜੀ ਬਗਾਨੀ ਪਰਾਈ ਨਿੰਦਿਆ ਸੁਣਦੇ ਨੇ, ਕਹਿੰਦੇ ਉਹ ਤੇ ਕੰਨ ਵਿਅਰਥ ਨੇ, ਉਹਨੂੰ ਤਾਂ ਕੀ ਕਰਾਉਣਾ। ਇਹ ਤੇ ਸਿਫਤ ਸਲਾਹ ਸੁਣਨ ਲਈ ਲਾਏ ਸਨ। ਇਹ ਸ਼ਰਵਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਤੇ ਬਾਣੀ ਸੁਣਨ ਲਈ ਸਨ, ਇਹ ਤੇ ਪਰਮਾਤਮਾ ਦੀ ਵਡਿਆਈ ਸੁਣਨ ਲਈ ਲਾਏ ਹੋਏ ਨੇ, ਜਾਂ ਸੰਸਾਰਕ ਗੁਜ਼ਾਰਾ ਕਰਨ ਲਈ ਲਾਏ ਹੋਏ ਹਨ ਕਿ ਸਾਨੂੰ ਇੱਕ ਦੂਜੇ ਦੀ ਗੱਲ ਸੁਣ ਸਕੇ। ਇਹ ਨਿੰਦਿਆ ਸੁਣਨ ਲਈ ਨਹੀਂ ਲਾਏ ਹੋਏ। ਅਤੇ ਜਿਹੜੇ ਸ਼ਰਵਣ, ਜਿਹੜੇ ਕੰਨ ਪਰਾਈ ਨਿੰਦਿਆ ਸੁਣਦੇ ਹਨ, ਉਹ ਮਿੱਥਿਆ ਨੇ, ਉਹ ਵਿਅਰਥ ਨੇ। ਹਾਲਾਂਕਿ ਇਹੋ ਜਿਹੇ ਕੰਨਾਂ ਤੋਂ ਕੀ ਕਰਾਉਣਾ। ਕਈ ਵਾਰ ਬੱਚਾ ਨਲਾਇਕ ਹੋਵੇ, ਮਾਂ ਗੁੱਸੇ ਕਰੇ, ਤੇਰੇ ਬਿਨਾਂ ਕਿਹੜਾ ਕੋਈ ਗੱਡਾ ਖੜਾ ਸੀ, ਤੂੰ ਮਰ ਜਾਣਾ, ਇਹਦੇ ਨਾਲ ਨਾ ਹੁੰਦਾ ਹੈ। ਕਈ ਵਾਰੀ ਇਹੋ ਜਿਹੇ ਬੱਚੇ ਕਰਮ ਕਰਦਾ ਕਿ ਮਾਂ ਨਾਰਾਜ਼ ਹੁੰਦੀ ਹੈ ਵੀ ਤੇਰੇ ਤੋਂ ਕੀ ਕਰਾਉਣਾ ਹੈ। ਇਸ ਲਈ ਗੁਰੂ ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਕਿ ਉਹ ਕੰਨ ਜਿਹੜੇ ਨਿੰਦਿਆ ਸੁਣਦੇ ਨੇ, ਉਹ ਵਿਅਰਥ ਨੇ। ਮਿਥਿਆ ਹਸਤ ਪਰ ਦਰਬ ਕੋ ਹਿਰੇ। ਹਸਤ ਹੱਥਾਂ ਨੂੰ ਕਹਿੰਦੇ ਨੇ, ਆਪਾਂ ਪੰਜਾਬੀ 'ਚ ਹੱਥ ਕਹਿੰਦੇ ਹਾਂ, ਅੱਜ ਕੱਲ੍ਹ ਹਿੰਦੀ 'ਚ ਹਾਥ ਕਹਿੰਦੇ ਨੇ, ਪੁਰਾਤਨ ਹਿੰਦੀ 'ਚ ਹਸਤ ਕਹਿੰਦੇ ਸਨ। ਇਸ ਲਈ ਕਹਿੰਦੇ ਮਿਥਿਆ ਹਸਤ, ਉਹ ਹੱਥ ਵਿਅਰਥ ਨੇ, ਪਰ ਦੂਜਿਆਂ ਦਾ ਦਰਬ ਧਨ ਕੋ ਹਿਰੇ, ਹਿਰਿਆਂ ਦਾ ਚੋਰੀ ਕਰਨਾ। ਉਹ ਹੱਥ ਜਿਹੜੇ ਦੂਜਿਆਂ ਦੇ ਧਨ ਦੀ ਚੋਰੀ ਕਰਦੇ ਨੇ ਨਾ, ਕਹਿੰਦੇ ਉਹ ਹੱਥ ਵਿਅਰਥ ਨੇ। ਇਹੋ ਜਿਹੇ ਹੱਥਾਂ ਦਾ ਕੀ ਕਰਾਉਣਾ। ਕਹਿੰਦਾ ਹੱਥ ਤੇ ਦਿੱਤੇ ਸਨ ਕੰਮ ਕਰਨ ਲਈ, ਹੱਥ ਤੇ ਦਿੱਤੇ ਸਨ ਸੇਵਾ ਕਰਨ ਲਈ, ਹੱਥ ਦਿੱਤੇ ਦੂਜੇ ਦੀ ਸਹਾਇਤਾ ਕਰਨ ਲਈ, ਪਰ ਇਹ ਹੱਥ ਦੂਜਿਆਂ ਦੇ ਧਨ ਨੂੰ, ਚੀਜ਼ਾਂ ਦੀ ਚੋਰੀ ਕਰ ਰਹੇ ਨੇ। ਇਸ ਲਈ ਕਹਿੰਦੇ ਇਹਨਾਂ ਹੱਥਾਂ ਤੋਂ ਕੀ ਕਰਾਉਣਾ। ਸਮਝਾ ਰਹੇ ਨੇ ਸਾਨੂੰ ਕਿ ਜਿਹੜੇ ਪਰਮਾਤਮਾ ਨੇ ਸਰੀਰ ਦੇ ਅੰਗ ਲਾਏ ਨੇ, ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ। ਜਿਹਨਾਂ ਨਹੀਂ ਗਿਆਨ, ਉਹ ਫਿਰ ਇਹ ਪਰਮਾਤਮਾ ਨੇ ਦਿੱਤੀਆਂ ਦਾਤਾਂ ਦੀ ਗਲਤ ਵਰਤੋਂ ਕਰਦੇ ਨੇ। ਬਾਣੀ ਸਾਨੂੰ ਵਾਰੀ ਵਾਰੀ ਦ੍ਰਿੜ ਕਰਾਏਗੀ। ਇਹ ਸਰੀਰ ਕਾਹਦੇ ਲਈ ਮਿਲਿਆ, ਇਹ ਹੱਥ ਕਾਹਦੇ ਲਈ ਮਿਲੇ ਨੇ, ਇਹ ਕੰਨ ਕਿਸ ਕੰਮ ਲਈ ਮਿਲੇ ਨੇ, ਅੱਖਾਂ ਕਿਸ ਲਈ ਮਿਲੀਆਂ ਨੇ, ਸਮਝਾਉਣਗੇ ਸਾਨੂੰ। ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ। ਨੇਤਰ ਹੁੰਦੀਆਂ ਅੱਖਾਂ, ਪਰ ਬੇਗਾਨੀ, ਤ੍ਰਿਆ ਔਰਤ, ਰੂਪਾਦ ਸੁੰਦਰਤਾ। ਉਹ ਅੱਖਾਂ ਜਿਹੜੀਆਂ ਦੂਸਰੀ ਔਰਤ ਦੀ ਸੁੰਦਰਤਾ ਨੂੰ ਵੇਖਦੀਆਂ ਹਨ, ਦੇਖਣ ਤੋਂ ਮਨ੍ਹਾ ਨਹੀਂ ਕੀਤਾ ਗਿਆ। ਮੈਂ ਜਦੋਂ ਸਰਵਿਸ ਕਰਦਾ ਸੀ, ਕਈ ਵਾਰੀ ਕਿਸੇ ਲੜਕੀ ਨੇ ਆ ਜਾਣਾ, ਸਰ ਜੀ ਉਹ ਫਲਾਣਾ ਮੁੰਡਾ ਜਿਹੜਾ ਨਾ ਜੀ ਮੇਰੇ ਵੱਲ ਹੋਰ ਤਰ੍ਹਾਂ ਤੱਕਦਾ, ਬਸ ਆਹੀ ਹੈ। ਇਹਨਾਂ ਅੱਖਾਂ ਨਾਲ ਹੋਰ ਤਰ੍ਹਾਂ ਨਹੀਂ ਤੱਕਣਾ। ਇਹ ਨਹੀਂ ਕਿ ਕੋਈ ਸਾਹਮਣੇ ਕੋਈ ਔਰਤ ਆਈ ਹੈ ਬੜੀ ਸੁੰਦਰ ਅਤੇ ਅਸੀਂ ਅੱਖਾਂ ਬੰਦ ਕਰ ਲਈਏ, ਇਸ ਤਰ੍ਹਾਂ ਨਹੀਂ। ਭਾਵ ਨੂੰ ਜੋ ਤੱਕਣਾ, ਅੰਦਰ ਮਨ ਮੈਲਾ ਨਹੀਂ ਹੋਣਾ ਚਾਹੀਦਾ। ਜੇ ਉਹਦੀ ਸੁੰਦਰਤਾ ਨੂੰ ਤੱਕ ਕੇ ਮਨ ਮੈਲਾ ਹੋ ਰਿਹਾ ਨਾ, ਫਿਰ ਕਹਿੰਦੇ ਇਹੋ ਜਿਹੀਆਂ ਅੱਖਾਂ ਦਾ ਕੀ ਕਰਾਉਣਾ। ਉਹ ਅੱਖਾਂ ਵਿਅਰਥ ਨੇ ਜਿਹੜੇ ਮਾੜੇ ਭਾਵ ਨਾਲ ਕਿਸੇ ਹੋਰ ਔਰਤ ਦੀ ਸੁੰਦਰਤਾ ਨੂੰ ਤੱਕਦੇ ਨੇ। ਸੁੰਦਰਤਾ ਤੱਕਣੀ ਹੈ। ਫੁੱਲ ਬੜੇ ਕਈ ਵਾਰੀ ਸੋਹਣੇ ਹੁੰਦੇ ਨੇ, ਉਹਨਾਂ ਨੂੰ ਤੱਕੋ। ਕਈ ਮੈਂ ਦੇਖਿਆ ਬੀਬੀਆਂ ਬੱਚੀਆਂ ਬੜੀਆਂ ਹੀ ਸੋਹਣੀਆਂ ਹੁੰਦੀਆਂ, ਹੱਥ ਲਾਇਆ ਮੈਲੇ ਹੁੰਦੇ ਨੇ ਚਿਹਰੇ ਹਨ। ਇਹ ਨਹੀਂ ਕਿ ਤੱਕਣੇ ਨਹੀਂ, ਕਿਉਂਕਿ
ਭਾਈ ਗੁਰਦਾਸ ਜੀ ਕਹਿੰਦੇ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਕੋਈ ਔਰਤ ਬੜੀ ਸੁੰਦਰ ਹੈ, ਤੁਸੀਂ ਉਹਨੂੰ ਵੇਖਿਆ, ਜੇ ਤੇ ਤੁਹਾਡੇ ਬਰਾਬਰ ਦੀ ਹੈ ਉਹਨੂੰ ਭੈਣ ਸਮਝੋ, ਛੋਟੀ ਹੈ ਧੀ ਸਮਝੋ, ਵੱਡੀ ਹੈ ਮਾਂ ਸਮਝੋ। ਕਦੇ ਕਿਸੇ ਨੇ ਮਾਂ ਵੱਲ ਮਾੜੇ ਤਰੀਕੇ ਨਾਲ ਦੇਖਿਆ? ਕਦੇ ਨਹੀਂ। ਕੀ ਭੈਣ ਵੱਲ ਕਦੇ ਭੈੜੀ ਨਿਗਾਹ ਨਾਲ ਤੱਕਿਆ? ਨਹੀਂ। ਕੀ ਕਦੇ ਕਿਸੇ ਨੇ ਆਪਣੀ ਧੀ ਵੱਲ ਭੈੜੀ ਨਿਗਾਹ ਨਾਲ ਤੱਕਿਆ? ਨਹੀਂ। ਤੇ ਜਦੋਂ ਕੋਈ ਸੱਚੇ ਦਿਲੋਂ ਦੂਸਰੀ ਔਰਤ ਨੂੰ ਉਮਰ ਦੇ ਅਨੁਸਾਰ, ਜੇ ਸਾਡੇ ਤੋਂ ਛੋਟੀ ਹੈ ਫਿਰ ਸਾਡੀ ਧੀ ਵਰਗੀ ਹੈ, ਜੇ ਬਰਾਬਰ ਦੀ ਹੈ ਫਿਰ ਭੈਣ ਵਰਗੀ ਹੈ, ਜੇ ਵੱਡੀ ਹੈ ਫਿਰ ਮਾਂ ਵਰਗੀ ਹੈ। ਜਦੋਂ ਇਸ ਤਰ੍ਹਾਂ ਸਮਝ ਕੇ ਤੱਕਾਂਗੇ ਫਿਰ ਅਸੀਂ ਕਦੇ ਗਲਤ ਤੱਕ ਹੀ ਨਹੀਂ ਸਕਦੇ। ਤੇ ਜੇ ਨੇਤਰ ਦੂਸਰੀ ਔਰਤ ਦੇ ਸੁੰਦਰਤਾ ਨੂੰ ਵੇਖ ਕੇ ਅੰਦਰ ਭੈੜੇ ਖਿਆਲ ਪੈਦਾ ਕਰ ਦੇਣ ਤਾਂ ਕਹਿੰਦੇ ਉਹ ਨੇਤਰ, ਉਹ ਅੱਖਾਂ ਮਿਥਿਆ ਵਿਅਰਥ ਹਨ। ਮਿਥਿਆ ਰਸਨਾ ਭੋਜਨ ਅਨ ਸਵਾਦ। ਰਸਨਾ ਕਹਿੰਦੇ ਜੀਵ, ਅਨ ਮੈਨੇ ਹੋਰ। ਉਹ ਜੀਵ ਜਿਹੜੇ ਭਾਂਤ ਭਾਂਤ ਦੇ ਭੋਜਨ ਖਾਣ 'ਚ ਸਵਾਦਾਂ 'ਚ ਲੱਗੀ ਹੋਈ ਹੈ। ਭੋਜਨ 36 ਪ੍ਰਕਾਰ ਦਾ ਭੋਜਨ ਖਾਣ ਦੀ ਸ਼ੌਕੀਨ ਹੈ, ਹੋਰ ਸਵਾਦਾਂ 'ਚ ਲੱਗੀ ਹੈ। ਜੀਵ ਨਾ ਬਾਜ਼ਾਰ 'ਚ ਚਲੇ ਜਾਓ, ਕਈ ਚੀਜ਼ਾਂ ਨੂੰ ਵੇਖ ਕੇ ਲਲਚਾਉਂਦੀ ਹੈ। ਕਿਸੇ ਨੂੰ ਰਸਗੁੱਲੇ ਪਸੰਦ ਨੇ, ਜਦੋਂ ਰਸਗੁੱਲੇ ਦੇਖੂਗਾ ਕਹਿੰਦੇ ਹਿਜ਼ ਮਾਊਥ ਵਾਟਰਡ, ਉਹਦੇ ਮੂੰਹ 'ਚ ਪਾਣੀ ਆ ਗਿਆ। ਯਾਦ ਰੱਖਿਓ, ਜਿਸ ਚੀਜ਼ ਨੂੰ ਤੁਸੀਂ ਖਾਣ ਦੇ ਸ਼ੌਕੀਨ ਹੋ ਉਸ ਚੀਜ਼ ਨੂੰ ਵੇਖ ਕੇ ਤੁਹਾਡੇ ਮੂੰਹ 'ਚ ਪਾਣੀ ਆ ਜਾਏ, ਤੁਹਾਡੀ ਜੀਭ ਗਿੱਲੀ ਹੋ ਜਾਏਗੀ। ਉਹ ਤਾਂ ਪਤਾ ਲੱਗਦਾ ਵੀ ਹਾਂ ਇਹ ਚੀਜ਼ ਖਾਣ ਨੂੰ ਜੀ ਕਰਦਾ ਹੈ। ਕਹਿੰਦੇ ਜੇ ਤੇ ਜੀਭ ਜਿਹੜੀ ਹੈ ਇਹ ਭਾਂਤ ਭਾਂਤ ਦੇ ਸਵਾਦਾਂ 'ਚ ਲੱਗੀ ਹੋਈ ਹੈ, ਫਿਰ ਇਹ ਜੀਵ ਵਿਅਰਥ ਹੈ। ਰਸਨਾ ਤੇ ਮਿਲੀ ਸੀ ਨਾਮ ਜਪਣ ਨਾਲ। ਰਸਨਾ ਜਪਤੀ ਪੀਓ ਪੀਓ, ਪਰਮਾਤਮਾ ਦਾ ਨਾਮ ਜਪਣ ਲਈ ਰਸਨਾ ਮਿਲੀ। ਸੋ ਰਸਨਾ ਨਾਲ ਨਾਮ ਜਪਣਾ, ਇਹ ਨਹੀਂ ਕਿ ਸਵਾਦੀ ਭੋਜਨ ਨਹੀਂ ਖਾਣਾ, ਇਹ ਭਾਵ ਨਹੀਂ, ਪਰ ਪਰਮਾਤਮਾ ਦਾ ਨਾਮ ਛੱਡ ਕੇ ਜੀਵ ਦੇ ਸਵਾਦਾਂ ਮਗਰ ਲੱਗੇ ਰਹਿਣਾ, ਐਸੀ ਜੀਵ ਨੂੰ ਕਿਹਾ ਮਿਥਿਆ। ਇਹੋ ਜਿਹੀ ਜੀਵ ਵਿਅਰਥ ਹੈ ਜਿਹੜੀ ਪਰਮਾਤਮਾ ਦਾ ਨਾਮ ਤੇ ਜਪਦੀ ਨਹੀਂ, ਹੋਰ ਸਵਾਦਾਂ ਤੇ ਖਾਣ ਪੀਣ 'ਚ ਲੱਗੀ ਰਹਿੰਦੀ ਹੈ। ਮਿਥਿਆ ਚਰਨ ਪਰ ਵਿਕਾਰ ਕੋ ਧਾਵੇਂ। ਚਰਨ ਹੁੰਦਾ ਪੈਰ, ਪਰ ਬੇਗਾਨੇ ਦਾ, ਵਿਕਾਰ ਬੁਰਾ ਕਰਨ ਲਈ, ਧਾਵੇਂ ਭੱਜੇ ਜਾਂਦੇ ਨੇ। ਜਿਹੜੇ ਪੈਰ ਦੂਜਿਆਂ ਦਾ ਬੁਰਾ ਕਰਨ ਲਈ ਭੱਜੇ ਜਾਂਦੇ ਨੇ, ਭਾਵ ਤੇਜ਼ ਤੁਰਦੇ ਨੇ, ਉਹ ਕਦੇ ਚਰਨ ਵਿਅਰਥ ਨੇ। ਗੁਰਬਾਣੀ ਚਰਨ ਚਲੋ ਮਾਰਗ ਗੋਬਿੰਦ। ਇਹ ਚਰਨ ਤੇ ਲੱਗੇ ਸੇ, ਗੁਰਦੁਆਰੇ ਜਾਓ, ਮੰਦਰ ਜਾਓ, ਸਤ ਸੰਗਤ 'ਚ ਜਾਓ, ਸ਼ੁਭ ਕੰਮ ਕਰਨ ਜਾਓ, ਪਰ ਇਹ ਥੋੜ੍ਹਾ ਵੀ ਇਹਨਾਂ ਪੈਰਾਂ ਦੇ ਨਾਲ ਦੂਜਿਆਂ ਦਾ ਬੁਰਾ ਕਰਨ ਤੁਰ ਜਾਓ। ਕਿਤੇ ਘਰ ਜਾ ਕੇ ਚੋਰੀ ਕਰਨੀ ਬੁਰਾ ਹੀ ਹੈ, ਕਿਸੇ ਨਾਲ ਮਾੜਾ ਜਾ ਕੇ ਵਿਹਾਰ ਕਰਨਾ ਬੁਰਾ ਹੀ ਹੈ। ਇਹ ਬੁਰੇ ਕੰਮਾਂ ਲਈ ਨਹੀਂ ਮਿਲੇ ਪੈਰ ਵੀ ਬੁਰੇ ਪਾਸੇ ਨੂੰ ਜਾਓ। ਜਿਹੜੇ ਪੈਰ ਪਰ ਦੂਜਿਆਂ ਦਾ ਵਿਕਾਰ ਬੁਰਾ ਕਰਨ ਲਈ ਧਾਵੇਂ ਭੱਜੇ ਜਾਂਦੇ ਹਨ, ਉਹ ਕਹਿੰਦੇ ਮਿਥਿਆ ਨੇ, ਉਹ ਚਰਨ ਵਿਅਰਥ ਨੇ। ਕਹਿੰਦੇ ਕੀ ਕਰਾਉਣਾ ਇਹੋ ਜਿਹੇ ਪੈਰਾਂ ਤੋਂ। ਮਿਥਿਆ ਮਨ ਪਰ ਲੋਭ ਲੁਭਾਵੇਂ। ਉਹ ਮਨ ਜਿਹੜੇ ਪਰਾਏ ਧਨ ਨੂੰ ਵੇਖ ਕੇ ਲਲਚਾਉਂਦੇ ਨੇ, ਲੋਭ ਚਾਹੁੰਦੇ ਵੀ ਇਹ ਮੇਰੇ ਕੋਲ ਹੋਵੇ। ਲੋਭੀ ਬੰਦੇ ਦੀ ਕੀ ਨਿਸ਼ਾਨੀ ਹੈ? ਇਹ ਨਹੀਂ ਕਿ ਉਹਦੇ ਕੋਲ ਹੁੰਦਾ ਨਹੀਂ ਕੁਛ, ਨਹੀਂ, ਉਹਦੇ ਕੋਲ ਧਨ ਬਥੇਰਾ, ਪਰ ਲੋਭੀ ਉਹਨੂੰ ਕਦੋਂ ਕਿਹਾ ਜਾਂਦਾ? ਜਦੋਂ ਚਾਹੁੰਦਾ ਕਿ ਦੂਜੇ ਦਾ ਵੀ ਮੇਰੇ ਕੋਲ ਹੋਵੇ। ਕੱਲ੍ਹ ਮੈਂ ਤੁਹਾਡੇ ਸਾਰਿਆਂ ਗਰੀਡੀ ਡੌਗ ਕਹਾਣੀ ਪੜ੍ਹੀ ਹੈ, ਉਹ ਚਾਹੀ ਹੈ
ਬਈ ਜਿਹੜਾ ਪੁਲ ਦੇ ਉੱਤੇ ਕੁੱਤਾ ਜਾ ਰਿਹਾ ਉਹਦੇ ਕੋਲ ਵੀ ਇੱਕ ਰੋਟੀ ਹੈ, ਜਿਹੜਾ ਉਹਨੂੰ ਪਾਣੀ ਦੇ ਵਿੱਚ ਆਪਣਾ ਪਰਛਾਵਾਂ ਦਿਸ ਰਿਹਾ ਹੈ ਤੇ ਉਹ ਸਮਝਦਾ ਇਹ ਅਸਲੀ ਇੱਕ ਕੁੱਤਾ ਪਾਣੀ 'ਚ ਜਾ ਰਿਹਾ ਹੈ, ਉਹਦੇ ਕੋਲ ਵੀ ਇੱਕ ਰੋਟੀ ਹੈ। ਕਿਉਂਕਿ ਪੁਲ 'ਤੇ ਜਾਣ ਵਾਲਾ ਕੁੱਤਾ ਲਾਲਚੀ ਹੈ ਅਤੇ ਲਾਲਚੀ ਬੰਦਾ ਚਾਹੁੰਦਾ ਹੈ ਕਿ ਜਿਹੜਾ ਦੂਜੇ ਕੋਲ ਚੀਜ਼ ਆ ਉਹ ਵੀ ਮੇਰੇ ਕੋਲ ਹੋਵੇ, ਉਹ ਵੀ ਮੇਰੇ ਕੋਲ ਹੋਵੇ। ਇਸ ਲਈ ਫਿਰ ਜਦੋਂ ਕਿਸੇ ਤੋਂ ਕੋਈ ਚੀਜ਼ ਖੋਹਣੀ ਹੁੰਦੀ ਹੈ ਫਿਰ ਉਸ 'ਤੇ ਰੋਹ ਪਾਇਆ ਜਾਂਦਾ ਹੈ। ਅਤੇ ਕੁੱਤਾ ਕਿਵੇਂ ਰੋਹ ਪਾਉਂਦਾ? ਭੌਂਕਦਾ ਜ਼ੋਰ ਜ਼ੋਰ ਦੀ। ਇਹ ਨਹੀਂ ਪਤਾ ਆਪਣੀ ਰੋਟੀ ਵੀ ਗੁਆ ਬੈਠਾ। ਇਹ ਲੋਭੀ ਹੈ। ਉਹ ਮਨ ਜਿਹੜੇ ਪਰਾਏ ਧਨ ਨੂੰ ਵੇਖ ਕੇ ਲਲਚਾ ਜਾਂਦੇ ਹਨ, ਉਹ ਮਨ ਵੀ ਵਿਅਰਥ ਨੇ। ਮਿਥਿਆ ਧਨ ਨਹੀਂ ਪਰਉਪਕਾਰ। ਉਹ ਸਰੀਰ ਜਿਹੜੇ ਦੂਜਿਆਂ ਦਾ ਭਲਾ ਨਹੀਂ ਕਰਦੇ ਉਹ ਵੀ ਵਿਅਰਥ ਨੇ। ਪਰ ਉਪਕਾਰ, ਉਪਕਾਰ ਹੁੰਦਾ ਆਪਣਾ ਭਲਾ ਕਰਨਾ, ਪਰ ਉਪਕਾਰ ਹੁੰਦਾ ਦੂਜਿਆਂ ਦਾ ਭਲਾ ਕਰਨਾ। ਸਿਆਣਪ ਕੀ ਹੈ? ਪਹਿਲਾਂ ਆਪਣਾ ਉਪਕਾਰ ਕਰੋ, ਆਪਣਾ ਭਲਾ ਕਰੋ, ਜਦੋਂ ਟਾਈਮ ਲੱਗੇ ਫਿਰ ਦੂਜਿਆਂ ਦਾ ਭਲਾ ਕਰੋ। ਪਹਿਲਾਂ ਆਪਣਾ ਭਲਾ ਕਰੋ। ਬਸ ਯਾਦ ਇੱਕੋ ਹੀ ਗੱਲ ਰੱਖਣੀ ਹੈ ਕਿ ਆਪਣਾ ਭਲਾ ਕਰਨ ਵੇਲੇ ਦੂਜੇ ਦਾ ਨੁਕਸਾਨ ਨਹੀਂ ਕਰਨਾ, ਆਪਣੇ ਭਲੇ ਲਈ ਕੰਮ ਕਰੋ। ਜਿਹੜਾ ਟਾਈਮ ਬਚ ਗਿਆ ਹੈ ਫਿਰ ਜਿਹੜਾ ਹੈ ਉਹ ਦੂਜਿਆਂ ਦੇ ਭਲੇ 'ਤੇ ਲਾਵੋ। ਉਹ ਧਨ ਜਿਹੜੇ ਦੂਜਿਆਂ ਦਾ ਭਲਾ ਨਹੀਂ ਕਰਦੇ, ਕਹਿੰਦੇ ਉਹ ਧਨ ਵੀ ਮਿਥਿਆ ਹਨ, ਵਿਅਰਥ ਹਨ। ਮਿਥਿਆ ਬਾਸ ਲੇਤ ਬਿਕਾਰਾ। ਬਾਸ ਹੁੰਦਾ ਨੱਕ। ਉਹ ਨੱਕ ਬਿਕਾਰਾ, ਵਿਸ਼ੇ ਵਿਕਾਰ, ਮਾੜੇ ਕੰਮ ਜਿਹਨੂੰ ਕਹਿੰਦੇ ਨੇ ਉਹ ਬਿਕਾਰ ਕਹਿੰਦੇ। ਵਿਸ਼ੇ ਵਿਕਾਰਾਂ ਨੂੰ ਸੁੰਘਦਾ ਫਿਰਦਾ ਹੈ, ਭਾਵ ਮਾੜੇ ਪਾਸੇ ਨੂੰ। ਫੁੱਲਾਂ ਦੀ ਸੁਗੰਧੀ ਨਹੀਂ ਸੁੰਘਣੀ, ਜਿਹੜੀਆਂ ਬੁਰਾਈਆਂ ਨੇ ਉਹਨਾਂ ਵੱਲ ਨੂੰ ਜਾਣਾ ਹੈ। ਉਹ ਨੱਕ ਜਿਹੜੇ ਬੁਰਾਈਆਂ ਦਾ ਵਾਸ਼ਨਾ ਲੈਂਦੇ ਨੇ, ਕਹਿੰਦੇ ਉਹ ਨੱਕ ਵੀ ਵਿਅਰਥ ਨੇ। ਫਿਰ ਕਹਿੰਦੇ ਬਿਨ ਬੂਝੇ ਮਿਥਿਆ ਸਭ ਹੈ। ਬਿਨਾਂ ਸੋਝੀ ਤੋਂ ਸਭ ਕੁਝ ਹੀ ਵਿਅਰਥ ਹੈ। ਜਦੋਂ ਸੋਝੀ ਆਉਂਦੀ ਹੈ ਫਿਰ ਦੇਖਣਾ ਸਾਰੀਆਂ ਚੀਜ਼ਾਂ ਦੀ ਬੰਦਾ ਸਹੀ ਵਰਤੋਂ ਕਰਦਾ। ਸੋਝੀ ਨਹੀਂ ਤੇ ਕੰਨ ਵੀ ਮਿਥਿਆ ਨੇ, ਹੱਥ ਵੀ ਮਿਥਿਆ ਨੇ, ਨੇਤਰ ਵੀ ਮਿਥਿਆ ਨੇ, ਰਸਨਾ ਵੀ ਮਿਥਿਆ ਹੈ, ਚਰਨ ਵੀ ਮਿਥਿਆ ਹਨ, ਮਨ ਵੀ ਮਿਥਿਆ ਹੈ, ਧਨ ਵੀ ਮਿਥਿਆ ਹੈ, ਇਹ ਨੱਕ ਵੀ ਮਿਥਿਆ ਹੈ, ਪਰ ਵਿਅਰਥ ਨੇ ਕਿਉਂਕਿ ਸੋਝੀ ਨਹੀਂ। ਨਾ ਸੋਝੀ ਹੋਣ ਕਰਕੇ ਬੰਦਾ ਸਰੀਰ ਦੇ ਸਾਰੇ ਅੰਗਾਂ ਤੋਂ ਗਲਤ ਕੰਮ ਲੈਂਦਾ। ਅੰਗਾਂ ਦਾ ਤਾਂ ਕੋਈ ਕਸੂਰ ਹੀ ਨਹੀਂ ਵਿਚਾਰਿਆਂ ਦਾ। ਇਹ ਤਾਂ ਮਨ ਜਿਹੜਾ ਹੈ ਇਹਨਾਂ ਤੋਂ ਮਾੜੇ ਕੰਮ ਕਰਵਾਉਂਦਾ ਹੈ। ਸਰੀਰ ਨੂੰ ਤਾਂ ਗੱਡੀ ਕਿਹਾ ਗਿਆ ਹੈ, ਮਨ ਨੂੰ ਕਹਿੰਦੇ ਡਰਾਈਵਰ ਹੈ। ਗੱਡੀ ਆਪਣੇ ਆਪ ਚੱਲ ਕੇ ਕਿਤੇ ਨਹੀਂ ਜਾਂਦੀ। ਮਨ ਡਰਾਈਵਰ ਉਸ ਗੱਡੀ ਦੇ ਵਿੱਚ ਬੈਠਦਾ ਅਤੇ ਉਹ ਮਨ ਡਰਾਈਵਰ ਦੀ ਮਰਜ਼ੀ ਹੈ ਕਿ ਗੱਡੀ ਨੂੰ ਚਾਹੇ ਠੇਕੇ 'ਤੇ ਲੈ ਜਾਏ ਅਤੇ ਚਾਹੇ ਗੁਰਦੁਆਰੇ ਲੈ ਆਵੇ। ਇਹ ਮਨ ਕੰਟਰੋਲ ਕਰਦਾ ਸਾਰੇ ਸਰੀਰ ਨੂੰ। ਇਸ ਲਈ ਜਦੋਂ ਮਨ ਪਵਿੱਤਰ ਹੋ ਜਾਂਦਾ ਨਾ, ਇਹ ਸਾਰੇ ਦੇ ਸਾਰੇ ਅੰਗ ਆਪੇ ਹੀ ਪਵਿੱਤਰ ਹੋ ਜਾਂਦੇ ਨੇ। ਇਹ ਪਵਿੱਤਰ ਕਿਵੇਂ ਹੁੰਦੇ ਨੇ? ਤਨ ਸੂਚਾ ਸੋ ਆਖੀਐ ਜਿਸ ਮੈਂ ਸਾਚਾ ਨਾਮ। ਉਹ ਸਰੀਰ ਸੁੱਚਾ ਹੈ ਜਿਸ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ। ਇਸ ਲਈ ਬਿਨ ਬੂਝੇ ਬਿਨਾਂ ਸੋਝੀ ਤੋਂ ਸਭ ਹੀ ਵਿਅਰਥ ਹੈ। ਸਫਲ ਦੇ ਨਾਨਕ ਹਰ ਹਰ ਨਾਮ ਲੈ ਤੇ ਬਿਨ ਦੇਹੀ। ਉਹ ਦੇਹੀ ਹੀ ਸਫਲੀ ਹੈ ਜਿਹੜਾ ਹਰੀ ਦੇ ਨਾਮ ਲੈਂਦੀ, ਜਿਹੜਾ ਹਰੀ ਦਾ ਨਾਮ ਲੈਂਦੀ। ਜਦੋਂ ਸਾਡਾ ਸਰੀਰ ਪਰਮਾਤਮਾ ਦਾ ਨਾਮ ਜਪਦਾ ਨਾ, ਸਮਝੋ ਹੁਣ ਸਾਰੇ ਅੰਗ ਹੀ ਸਫਲ ਹੋ ਗਏ ਨੇ, ਸਾਰਾ ਸਰੀਰ ਹੀ ਸਫਲ ਹੋ ਗਿਆ ਹੈ। ਸੰਸਾਰ 'ਤੇ ਆਉਣਾ ਸਾਡਾ ਸਫਲ ਹੋ ਗਿਆ ਹੈ।
ਕਿਉਂਕਿ ਨਾਮ ਜਪ ਜਪ ਕੇ ਕੀ ਹੋਵੇਗਾ, ਮਨ ਜਿਹੜਾ ਹੈ, ਮੈਲਾ ਜਿਹੜਾ ਹੈ, ਉਹ ਸਾਫ਼ ਹੋ ਜਾਏਗਾ, ਉਹ ਪਵਿੱਤਰ ਹੋ ਜਾਏਗਾ। ਹੁਣ ਮਨ ਦੇ ਵਿੱਚ ਮੈਲ ਹੀ ਕੋਈ ਨਹੀਂ, ਇਸ ਲਈ ਮਨ ਦੇ ਵਿੱਚ ਮਾੜੇ ਖਿਆਲ ਹੀ ਨਹੀਂ ਆਉਣਗੇ। ਜਦੋਂ ਮਨ 'ਚ ਮਾੜੇ ਖਿਆਲ ਹੀ ਨਹੀਂ ਆਉਣਗੇ ਤੇ ਡਰਾਈਵਰ ਹੈਗਾ ਮੰਨ ਲਓ ਵੈਸ਼ਨੂੰ, ਤੇ ਉਹਦੀ ਆਪਣੀ ਹੀ ਗੱਡੀ ਹੈ, ਤਾਂ ਵੈਸ਼ਨੂੰ ਬੰਦਾ ਆਪਣੀ ਗੱਡੀ ਨੂੰ ਕਦੇ ਵੀ ਠੇਕੇ 'ਤੇ ਨਹੀਂ ਲਿਜਾਏਗਾ, ਉਹ ਤਾਂ ਗੁਰਦੁਆਰੇ ਮੰਦਿਰ 'ਚ ਲੈ ਕੇ ਆਵੇਗਾ। ਮਨ ਜਦੋਂ ਨਾਮ ਜਪ ਜਪ ਕੇ ਸ਼ੁੱਧ ਹੋ ਜਾਏਗਾ ਨਾ, ਇਹ ਆਪੇ ਸਭ ਕੁਝ ਠੀਕ ਹੋ ਜਾਏਗਾ। ਇਸ ਲਈ ਕਹਿੰਦੇ ਨੇ ਸਫਲ ਦੇ ਨਾਨਕ ਹਰ ਹਰ ਨਾਮ ਲੈ, ਦੇ ਮੈਨੇ ਦੇਹੀ, ਉਹ ਦੇਹੀ ਉਹ ਸਰੀਰ ਸਫਲਾ ਹੈ ਜੋ ਹਰੀ ਦਾ ਨਾਮ ਲੈਂਦਾ ਹੈ। ਅੱਗੇ ਕਹਿੰਦੇ ਬਿਰਥੀ ਸਾਕਤ ਕੀ ਆਰਜਾ, ਆਰਜਾ ਕਹਿੰਦੇ ਉਮਰ, ਸਾਕਤ ਕਹਿੰਦੇ ਨੇ ਨਾਸਤਕ ਨੂੰ, ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ, ਜਿਹੜਾ ਤੇ ਰੱਬ ਨਾਲ ਜੁੜ ਗਿਆ ਉਹਨੂੰ ਕਹਿੰਦੇ ਨੇ ਆਸਤਕ, ਜਿਹੜਾ ਰੱਬ ਤੋਂ ਟੁੱਟ ਗਿਆ ਉਹਨੂੰ ਕਹਿੰਦੇ ਨੇ ਨਾਸਤਕ। ਕਈ ਵਾਰੀ ਕਈ ਜਨਮ ਟੁੱਟਿਆ ਹੋਇਆ ਹੋ ਜਾਂਦੇ ਨੇ, ਜਦੋਂ ਕਈ ਜਨਮ ਰੱਬ ਨਾਲ ਟੁੱਟਿਆ ਹੋ ਜਾਣ ਫਿਰ ਬੰਦਾ ਪਤਾ ਕੀ ਕਹਿੰਦਾ, ਕੋਈ ਰੱਬ ਰੂਪ ਨਹੀਂ ਹੈ। ਫਿਰ ਉਹ ਕਹਿੰਦੇ ਕੋਈ ਰੱਬ ਰੂਪ ਨਹੀਂ, ਕਿਉਂਕਿ ਰੱਬ ਨਾਲ ਟੁੱਟੇ ਬੜਾ ਸਮਾਂ ਹੋ ਗਿਆ, ਰੱਬ ਭੁੱਲ ਭੁਲਾ ਹੀ ਗਿਆ ਹੈ। ਜਿਵੇਂ ਜਦੋਂ ਅਸੀਂ ਕਈ 100 ਸਾਲ ਗੁਲਾਮ ਰਹੇ, ਹਿੰਦੁਸਤਾਨ ਦੇ ਲੋਕਾਂ ਨੂੰ ਭੁੱਲ ਹੀ ਗਿਆ ਕਿ ਅਸੀਂ ਬੰਦੇ ਹਾਂ। ਉਹਨੂੰ ਭੁੱਲ ਹੀ ਗਿਆ ਅਸੀਂ ਬੰਦੇ ਹਾਂ, ਉਹਨੂੰ ਭੁੱਲ ਹੀ ਗਿਆ ਕਿ ਆਜ਼ਾਦੀ ਕੀ ਹੁੰਦੀ ਹੈ, ਭੁੱਲ ਗਿਆ, ਕਿਉਂਕਿ ਬੜੇ ਸਾਲ ਜਿਹੜਾ ਹੈ ਉਹ ਗੁਲਾਮਾਂ ਵਾਲੀ ਅਵਸਥਾ ਰਹੀ। ਜਦੋਂ ਕਈ 100 ਸਾਲ ਗੁਲਾਮਾਂ ਵਾਲੀ ਅਵਸਥਾ ਰਹੇ ਤਾਂ ਆਜ਼ਾਦ ਅਵਸਥਾ ਭੁੱਲ ਭੁਲਾ ਜਾਂਦੀ ਹੈ ਵੀ ਉਹ ਵੀ ਕੋਈ ਚੀਜ਼ ਹੁੰਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਰੱਬ ਨਾਲ ਟੁੱਟ ਜਾਂਦੇ ਨੇ ਉਹ ਕਹਿੰਦੇ ਨੇ ਕੋਈ ਰੱਬ ਰੂਪ ਨਹੀਂ ਹੈ। ਜਿਹੜੇ ਅਜੇ ਪਿਛਲੇ ਜਨਮ ਜੀ ਟੁੱਟੇ ਨੇ ਨਾ, ਉਹ ਕਹਿੰਦੇ ਨੇ ਭਾਈ ਹੋਏਗਾ ਰੱਬ, ਅਸੀਂ ਇਹ ਨਹੀਂ ਕਹਿੰਦੇ ਰੱਬ ਨਹੀਂ ਹੈ, ਪਰ ਅਸੀਂ ਤਾਂ ਵੇਖਿਆ ਨਹੀਂ ਹੈਗਾ, ਉਹ ਇੱਥੋਂ ਤੱਕ ਆ ਜਾਂਦੇ। ਜਿਹੜੇ 2-4 ਜਨਮਾਂ ਤੋਂ ਜੁੜੇ ਹੋਏ ਨੇ ਰੱਬ ਨਾਲ, ਉਹ ਕਹਿੰਦੇ ਰੱਬ ਤੇ ਹਰ ਇੱਕ ਚੀਜ਼ ਦੇ ਵਿੱਚ ਹੈ, ਰੱਬ ਤੋਂ ਹੀ ਤਾਂ ਸਾਰਾ ਕੁਛ ਬਣਿਆ। ਜੇ ਰੱਬ ਹੀ ਨਾ ਹੁੰਦਾ ਆ ਤੇ ਕੁਛ ਵੀ ਨਹੀਂ ਸੀ ਹੋਣਾ। ਜੇ ਇੱਕ ਹੀ ਨਾ ਹੁੰਦਾ ਤੇ ਓਅੰਕਾਰ ਕਿੱਥੋਂ ਹੁੰਦਾ? ਇੱਕ ਹੈ, ਉਸ ਇੱਕ ਤੋਂ ਹੀ ਓਅੰਕਾਰ ਬਣੇ ਹਨ, ਉਸ ਇੱਕ ਪਰਮਾਤਮਾ ਤੋਂ ਹੀ ਸਾਰੀ ਸ੍ਰਿਸ਼ਟੀ ਬਣੀ ਹੈ। ਉਹਨਾਂ ਨੂੰ ਵਿਸ਼ਵਾਸ ਹੁੰਦਾ ਕਿ ਸਾਰਾ ਪਸਾਰਾ ਉਸ ਇੱਕ ਦਾ ਹੈ, ਉਸ ਅੱਲਾ ਦਾ ਹੈ, ਉਸ ਰੱਬ ਦਾ ਹੈ, ਉਸ ਭਗਵਾਨ ਦਾ ਹੈ, ਵਾਹਿਗੁਰੂ ਦਾ ਹੈ, ਕਿਉਂ ਕੋਈ ਜੁੜੇ ਹੋਏ ਨੇ। ਅਤੇ ਟੁੱਟਿਆ ਹੋਇਆ ਕਹਿੰਦਾ ਕੋਈ ਰੱਬ ਰੁੱਬ ਨਹੀਂ ਹੈ। ਬਿਰਥੀ ਸਾਕਤ ਕੀ ਆਰਜਾ, ਆਰਜਾ ਹੁੰਦੀ ਉਮਰ। ਇਸ ਲਈ ਨਾਸਤਕ ਦੀ ਜਿਹੜੀ ਉਮਰ ਹੈ ਉਹ ਤਾਂ ਵਿਅਰਥ ਹੈ। ਉਹ 100 ਸਾਲ ਜੀ ਲੈ ਚਾਹੇ 125 ਸਾਲ ਜੀ ਲੈ, ਉਹ ਜਿੰਨਾ ਵੀ ਜਿਵੇਂ ਧਰਮ ਅਨੁਸਾਰ ਉਹ ਵਿਅਰਥ ਜਿਵੇਂ, ਕਿਉਂਕਿ ਧਰਮ ਦੇ ਅਨੁਸਾਰ ਜਿੰਨਾ ਸਮਾਂ ਅਸੀਂ ਪਰਮਾਤਮਾ ਨੂੰ ਯਾਦ ਰੱਖਦੇ ਹਾਂ ਸਿਰਫ ਓਨਾ ਸਮਾਂ ਹੀ ਲੇਖੇ 'ਚ, ਬਾਕੀ ਤਾਂ ਕਿਸੇ ਲੇਖੇ 'ਚ ਹੀ ਨਹੀਂ ਹੈ, ਬਾਕੀ ਤਾਂ ਲੇਖੇ 'ਚ ਹੀ ਨਹੀਂ ਆਉਂਦਾ ਹੈ। ਉੱਥੇ ਤਾਂ ਸਿਰਫ ਇਹ ਦੇਖਿਆ ਜਾਂਦਾ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਝਾਖ। ਅਤੇ ਇੱਕ ਗੱਲ ਕੀ ਹੈ ਵੀ ਨਾਮ ਜਪਿਆ, ਬਸ ਆਹੀ ਲੇਖੇ। ਜਮਦੂਤਾਂ ਨੇ ਤਾਂ ਇੱਥੇ ਰਾਹ 'ਚ ਹੀ ਕੁੱਟਣ ਲੱਗ ਜਿਹੜਾ ਹੁੰਦਾ, ਉਹਨਾਂ ਨੂੰ ਪਤਾ ਨਹੀਂ ਨਾਮ ਨਹੀਂ ਜਪਿਆ, ਇਹ ਮਾੜੇ ਕੰਮ ਚੋਰੀਆਂ ਕਰਦਾ ਰਿਹਾ, ਡਾਕੇ ਮਾਰਦਾ ਰਿਹਾ, ਠੱਗੀਆਂ ਕਰਦਾ ਰਿਹਾ, ਮਿਲਾਵਟਾਂ ਕਰ ਰਿਹਾ, ਧੋਖਾਧੜੀ ਕਰਦਾ ਰਿਹਾ, ਰਿਸ਼ਵਤਾਂ ਲੈਂਦਾ ਰਿਹਾ, ਲੋਕਾਂ ਦੇ ਘਰ ਦਬਦਾ ਰਿਹਾ, ਮਕਾਨ ਦਬਦਾ ਰਿਹਾ, ਖਾਲੀ ਪਲਾਟ ਵੇਖ ਕੇ ਦਬ ਲਿਆ, ਪੈਸੇ ਲੈ ਕੇ ਮੁੱਕਰ ਜਾਂਦਾ ਹੈ, ਨਸ਼ੇ ਕਰਦਾ ਹੈ, ਨਸ਼ੇ ਵੇਚਦਾ ਹੈ, ਬਦਫੈਲੀਆਂ ਕਰਦਾ ਹੈ। ਇਹ ਜਮਾਂ ਨੂੰ ਸਾਰਾ ਪਤਾ ਹੁੰਦਾ। ਉਹ ਇਸ ਲਈ ਜਦੋਂ ਜੀਵ ਆਤਮਾ ਨੂੰ ਵਿੱਚੋਂ ਕੱਢਦੇ ਨੇ, ਇੱਥੋਂ ਹੀ ਕੁੱਟਣਾ ਸ਼ੁਰੂ ਕਰ ਦਿੰਦੇ, ਕੁੱਟਦੇ ਹੀ ਲਿਜਾਂਦੇ ਨੇ, ਘਸੀਟਦੇ ਹੀ ਲਿਜਾਂਦੇ ਨੇ, ਕਦੇ
ਕੰਡਿਆਂ ਦੇ ਉੱਤੋਂ ਦੀ, ਕਦੇ ਤੱਤੇ ਤੱਤੇ ਰੇਤੇ ਦੇ ਉੱਤੋਂ ਦੀ, ਕਦੇ ਕੜਕਦੀ ਧੁੱਪ 'ਚ ਲੈ ਜਾਂਦੇ ਨੇ। ਪਾਣੀ ਰਾਜ ਪੀਣ ਨੂੰ ਨਹੀਂ ਮਿਲਦਾ, ਕੋਈ ਛਾਂ ਨਸੀਬ ਨਹੀਂ ਹੁੰਦੀ, ਕੋਈ ਰੋਟੀ ਨਹੀਂ ਰਾਹ 'ਚ ਮਿਲਦੀ। ਬੁਰਾ ਹਾਲ ਇਸਦਾ ਹੋ ਜਾਂਦਾ। ਫਿਰ ਇਹਨੂੰ ਪਤਾ ਲੱਗਦਾ ਵੀ ਹਾਂ ਯਾਰ, ਇਹ ਗੁਰਦੁਆਰੇ ਮੰਦਰ ਵਾਲੇ ਠੀਕ ਹੀ ਕਹਿੰਦੇ ਸੀ, ਨਾਮ ਜਪਣਾ ਚਾਹੀਦਾ। ਪਰ ਹੁਣ ਕੀ ਬਣਦਾ? ਹੁਣ ਕੁਛ ਨਹੀਂ ਹੋ ਸਕਦਾ। ਹੁਣ ਜੋ ਕਰਮ ਕੀਤੇ ਨੇ ਬਸ ਉਹ ਫਿਰ ਹੁਣ ਭੋਗਣੇ ਪੈਣੇ ਨੇ। ਤੁਲਸੀਦਾਸ ਜੀ ਰਮਾਇਣ ਕਹਿੰਦੇ, ਭੋਗੇ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਇਹ ਕਰਮ ਭੋਗੇ ਤੋਂ ਬਿਨਾਂ ਖੈਰ ਨਹੀਂ ਛੱਡਦੇ। ਤਾਂ ਹੀ ਗੁਰੂ ਦੱਦੈ ਦੋਸ਼ ਨ ਦੇਉ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨ। ਕਹਿੰਦੇ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਮੈਂ ਜੋ ਕੀਤਾ ਹੈ ਬਸ ਉਹਦਾ ਫਲ ਮੈਨੂੰ ਮਿਲ ਰਿਹਾ ਹੈ। ਜਿਹੜੇ ਅਮੀਰ ਲੋਕ ਨੇ, ਇਹਨਾਂ ਪਿਛਲੇ ਜਨਮ 'ਚ ਪੁੰਨ ਦਾਨ ਕੀਤਾ, ਇਸ ਜਨਮ 'ਚ ਅਮੀਰੀ ਮਿਲ ਗਈ ਹੈ। ਜਿਨ੍ਹਾਂ ਲੁੱਟਾਂ ਖੋਹਾਂ ਕੀਤੀਆਂ, ਚੋਰੀਆਂ ਕੀਤੀਆਂ, ਡਾਕੇ ਮਾਰੇ, ਠੱਗੀਆਂ ਕੀਤੀਆਂ, ਮਿਲਾਵਟਾਂ ਕੀਤੀਆਂ, ਲੋਕਾਂ ਦੇ ਮਕਾਨ ਦਬ ਲਏ, ਪਲਾਟ ਦਬ ਲਏ, ਪੈਸੇ ਲੈ ਕੇ ਮੁੱਕਰ ਗਏ, ਉਹਨਾਂ ਨੂੰ ਗਰੀਬੀ ਮਿਲਦੀ ਹੈ। ਆਤੇ ਠੂਠਾ ਫੜ ਕੇ ਮੰਗੀ ਜਾਓ, ਆਤੇ ਠੂਠਾ ਫੜ ਕੇ ਮੰਗੀ ਜਾਓ। ਕਈ ਵਾਰੀ ਕੋਈ ਲੋਕ ਖੈਰ ਵੀ ਨਹੀਂ ਪਾਉਂਦੇ, ਚੱਲ ਕਿੱਥੇ ਆ ਗਏ ਸਾਡੇ ਬੂਹੇ ਭੱਜਤ। ਫਿਰ ਪਤਾ ਲੱਗਦਾ ਵੀ ਉਹ ਅਸੀਂ ਜਿਹੜਾ ਹੈ ਜੋ ਕੀਤਾ ਉਹ ਹੁਣ ਭੋਗ ਰਹੇ ਹਾਂ। ਹਰ ਕਰਮ ਜਿਹੜਾ ਇੱਕ ਵਾਰੀ ਹੋ ਗਿਆ ਉਹਦਾ ਆਪਣਾ ਫਲ ਹੈ, ਚੰਗੇ ਦਾ ਮੰਦੇ ਦਾ। ਪੁੰਨਦਾਨ ਕੀਤਾ ਹੈ, ਅਗਲੇ ਜਨਮ ਤੁਹਾਨੂੰ ਅਮੀਰੀ ਮਿਲੇਗੀ। ਨਾਮ ਜਪਿਆ ਸੁੱਖ ਮਿਲੇਗਾ। ਕਈ ਵਾਰੀ ਤੁਸੀਂ ਦੇਖਿਆ ਅਮੀਰ ਤੇ ਲੋਕ ਹੁੰਦੇ ਨੇ ਪਰ ਸੁਖੀ ਨਹੀਂ ਹੁੰਦੇ। ਉਹਨਾਂ ਪਿਛਲੇ ਜਨਮ ਪੁੰਨਦਾਨ ਤੇ ਕੀਤਾ, ਨਾਮ ਨਹੀਂ ਜਪਿਆ। ਪੁੰਨਦਾਨ ਕਰਕੇ ਅਮੀਰੀ ਤਾਂ ਮਿਲ ਗਈ, ਨਾਮ ਜਪਿਆ ਨਹੀਂ, ਇਸ ਲਈ ਦੁੱਖ ਮਿਲ ਗਏ ਨਾਲ। ਦੋਨੋਂ ਕੰਮ ਕਰਨੇ ਨੇ, ਨਾਮ ਵੀ ਜਪਣੇ, ਪੁੰਨਦਾਨ ਵੀ ਕਰਨੇ। ਤਾਂ ਹੀ ਗੁਰੂ ਨਾਨਕ ਦੇਵ ਕਹਿਣਾ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਜਿਹੜੇ ਦਸਾਂ ਨੂੰ ਦੀ ਕਿਰਤ ਕਰਦੇ ਨੇ ਅਤੇ ਵਿੱਚੋਂ ਵਿੱਤ ਮੁਤਾਬਕ ਦੂਜੇ ਲੋੜਵੰਦਾਂ ਦੀ ਸਹਾਇਤਾ ਕਰਦੇ ਨੇ, ਉਹਨਾਂ ਨੂੰ ਪਰਮਾਤਮਾ ਦੇ ਰਾਹ ਦੀ ਸੋਝੀ ਹੁੰਦੀ ਹੈ। ਇਸ ਲਈ ਕਈ ਮੈਂ ਦੇਖੇ ਬਹੁਤ ਅਮੀਰ ਨੇ ਪਰ ਦੁਖੀ ਨੇ, ਕਿਉਂਕਿ ਉਹਨਾਂ ਪਿਛਲੇ ਜਨਮ 'ਚ ਭਜਨ ਬੰਦਗੀ ਹੀ ਨਹੀਂ ਕੀਤੀ। ਅਮੀਰੀ ਇੰਨੀ ਸੀ, ਭਜਨ ਬੰਦਗੀ ਉਹਨੇ ਲੋੜ ਹੀ ਨਹੀਂ ਸਮਝੀ, ਜਾਂ ਉਹਨਾਂ ਕੋਲ ਸਮਝ ਨਹੀਂ ਲੱਗਿਆ। ਉਹ ਸੋਚਦੇ ਰਹੇ ਭਜਨ ਬੰਦਗੀ ਤੇ ਗਰੀਬ ਲੋਕ ਕਰਦੇ ਨੇ, ਭਜਨ ਬੰਦਗੀ ਦੁਖੀ ਲੋਕ ਕਰਦੇ ਨੇ। ਅਮੀਰਾਂ ਨੂੰ, ਸੁਖੀਆਂ ਨੂੰ ਗੁਰਦੁਆਰੇ ਮੰਦਰ ਜਾਣ ਦੀ ਕੀ ਲੋੜ ਹੈ? ਇਹ ਤਾਂ ਦੁਖੀਆਂ ਲਈ ਹੈ, ਇਹ ਤਾਂ ਗਰੀਬਾਂ ਲਈ ਹੈ ਵੀ ਜੋ ਜਾ ਕੇ ਉੱਥੇ ਤਰਲੇ ਕੱਢੋ। ਇਸ ਲਈ ਨਾਮ ਨਹੀਂ ਜਪਿਆ ਜਾਂਦਾ ਪਿਛਲੇ ਜਨਮ 'ਚ। ਇਸ ਲਈ ਉਹਨਾਂ ਫਿਰ ਅਮੀਰੀ ਹੋਣ ਦੇ ਬਾਵਜੂਦ ਵੀ ਉਹ ਮਾਨਸਿਕ ਤੌਰ 'ਤੇ ਦੁਖੀ ਰਹਿੰਦੇ ਨੇ, ਕਿਉਂ ਕਰਮ ਤੇ ਭੋਗਣੇ ਹੀ ਭੋਗਣੇ ਨੇ ਨਾ। ਇਸ ਲਈ ਗੁਰੂ ਮਹਾਰਾਜ ਸਮਝਾਉਂਦੇ ਨੇ ਸਾਨੂੰ, ਬਿਰਥੀ ਸਾਖਤ ਕੀ ਆਰਜ। ਨਾਸਤਕ ਭਾਵੇਂ ਕਿੰਨੀ ਲੰਮੀ ਉਮਰ ਕਿਉਂ ਨਾ ਭੋਗ ਲੈ, ਉਹ ਵਿਅਰਥ ਹੈ। ਸਾਚ ਬਿਨਾ ਕਹਿ ਹੋਵਤ ਸੂਚਾ। ਦੋ ਸ਼ਬਦ ਆਉਂਦੇ ਨੇ, ਇੱਕ ਆਉਂਦਾ ਹੈ ਕਹਾਂ, ਜਹਾਂ, ਤਹਾਂ। ਗੁਰਬਾਣੀ 'ਚ ਆਉਂਦਾ ਸ਼ਬਦ ਕਹਾਂ, ਜਹਾਂ, ਤਹਾਂ। ਉਹਦਾ ਸੰਖੇਪ ਰੂਪ ਹੈ ਕਹਿ, ਜਹ, ਤਹ। ਕਹ ਜਦੋਂ ਕਹਾਂ ਹੋਏਗਾ ਤਾਂ ਉਹਦਾ ਛੋਟਾ ਰੂਪ ਹੋਏਗਾ ਕਹਿ, ਤਹਾਂ ਇਹਦਾ ਛੋਟਾ ਰੂਪ ਹੈ ਤਹ, ਜਹਾਂ ਉਹਦਾ ਛੋਟਾ ਰੂਪ ਹੈ ਜਹ, ਜਹ, ਕਹਿ, ਤਹ। ਇੱਕ ਸ਼ਬਦ ਹੁੰਦਾ ਕਹਾ। ਕਹਾ ਮੈਨੇ ਕਿਵੇਂ। ਕਹਾ ਦਾ ਅਰਥ 3-4 ਅਰਥ ਨੇ ਕਹਾ ਦੇ। ਹਰ ਰੋਜ਼ ਮੈਂ ਤਕਰੀਬਨ ਦੱਸਦਾ, ਚੰਗੀ ਤਰ੍ਹਾਂ ਯਾਦ ਕਰ ਲਓ। ਇੱਕ ਦੇ ਕਹਾ ਦਾ ਅਰਥ ਹੈ ਕਿਹਾ, ਉਸਨੇ ਮੁਝੇ ਕਹਾ ਤੁਮ ਵਹਾਂ ਜਾਓ। ਕਹਾ ਮੈਨੇ ਕਿਹਾ, ਆਖਿਆ। ਦੂਜਾ ਕਹਾ ਦਾ ਅਰਥ ਹੁੰਦਾ ਕੀ। ਤੀਜਾ ਦਾ ਅਰਥ ਹੁੰਦਾ ਕਿਉਂ। ਚੌਥਾ ਅਰਥ ਹੁੰਦਾ ਕਿਵੇਂ। ਕੀ, ਕਿਉਂ, ਕਿਵੇਂ, ਉਦੋਂ ਹੈ ਕਹਿ। ਕਹਾ ਦਾ ਸੰਖੇਪ ਰੂਪ ਹੈ ਕਹਿ।
ਸਾਚ ਬਿਨਾ ਕਹਿ ਹੋਵਤ ਸੂਚਾ। ਕਹਿ ਮੈਨੇ ਕਿਵੇਂ? ਨਾਮ ਤੋਂ ਬਿਨਾਂ ਇਹ ਮਨੁੱਖ ਦਾ ਮਨ ਸੁੱਚਾ ਕਿਵੇਂ ਹੋ ਸਕਦਾ ਹੈ? ਸੁੱਚਾ ਹੋਣੇ ਤਾਂ ਫਿਰ ਨਾਮ ਜਪਣਾ ਪਏਗਾ। ਨਾਮ ਤੋਂ ਬਿਨਾਂ ਕਹਿੰਦੇ ਕਿਵੇਂ ਸੁੱਚਾ ਹੋ ਸਕਦਾ? ਜੋ ਸੁੱਚਾ ਹੈ ਉਸਨੇ ਹੀ ਦੂਜੇ ਨੂੰ ਸੁੱਚਿਆ ਕਰਨਾ। ਸਾਬਣ ਹੈ, ਸਾਬਣ ਨੂੰ ਆਪਣੇ ਆਪ ਨੂੰ ਮੈਲ ਨਹੀਂ ਲੱਗਦੀ, ਉਹ ਕੱਪੜਿਆਂ ਦੀ, ਸਰੀਰਾਂ ਦੀ ਮੈਲ ਲਾਉਂਦਾ ਹੈ। ਨਾਮ ਨੂੰ ਮੈਲ ਨਹੀਂ ਲੱਗਿਆ ਕਰਦੀ, ਨਾਮ ਦੂਜਿਆਂ ਦੀ ਮੈਲ ਲਾਉਂਦਾ ਹੈ। ਇਸ ਲਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜੀਵ ਕਿਵੇਂ ਸੁੱਚਾ ਹੋ ਸਕਦਾ ਹੈ? ਬਿਰਥਾ ਨਾਮ ਬਿਨਾ ਤਨ ਅੰਧ। ਅੰਧ ਮੈਨੇ ਅਗਿਆਨੀ। ਇਹ ਬੰਦਾ ਨਾਮ ਨਹੀਂ ਜਪਦਾ, ਇਹ ਤਾਂ ਫਿਰ ਸਰੀਰ ਸਹਿਜ ਵੀ ਅਗਿਆਨੀਆਂ ਦਾ ਹੋਵੇ। ਨਾਮ ਤੋਂ ਬਿਨਾਂ ਇਹ ਸਰੀਰ ਜਿਹੜਾ ਹੈ ਇਹ ਵਿਅਰਥ ਹੈ। ਸਰੀਰ ਤਾਂ ਹੀ ਕਦੇ ਲਾਭਦਾਇਕ ਹੈ ਜੇ ਨਾਮ ਜਪਦਾ ਹੈ। ਇਹ ਸਰੀਰ ਨਾਮ ਜਪਣ ਲਈ ਸਾਨੂੰ ਮਿਲਿਆ ਮਨੁੱਖਾ ਸਰੀਰ। 84 ਲੱਖ ਜੂਨੀਆਂ ਕਹਿੰਦੇ ਨੇ, ਹਿੰਦੂ ਧਰਮ ਵਾਲੇ ਵੀ ਕਹਿੰਦੇ ਨੇ, ਸਿੱਖ ਧਰਮ 'ਚ ਲਿਖਿਆ ਹੋਇਆ, ਭਾਵ ਬਹੁਤ ਜੂਨੀਆਂ, ਲੱਖਾਂ ਜੂਨੀਆਂ, ਕੀੜੇ ਤੋਂ ਲੈ ਕੇ ਹਾਥੀ ਤੱਕ, ਦਰਖਤ, ਪੱਥਰ, ਮਿੱਟੀ, ਸਭ ਦੇ ਵਿੱਚ ਪਰਮਾਤਮਾ ਹੈ। ਕਹਿੰਦੇ ਕਣ ਕਣ ਮੇਂ ਭਗਵਾਨ। ਪਰਮਾਤਮਾ ਹਰ ਇੱਕ ਚੀਜ਼ ਦੇ ਵਿੱਚ ਹੈ। ਸਵਾਮੀ ਰਾਮ ਜੀ ਜਿਹੜੇ ਸੰਤ ਵਰਿਆਮ ਸਿੰਘ ਰਜਵਾੜਾ ਸਾਹਿਬ ਦੇ ਮਿੱਤਰ ਸਨ, ਜਿਹੜੇ ਕਿ ਹਰਿਦੁਆਰ ਦੇ ਸਨ, ਉਹ ਆਪਣੇ ਜੀਵਨ ਉਹਨਾਂ ਲਿਖਿਆ। ਉਹ ਕਹਿੰਦੇ ਮੈਂ ਇੱਕ ਵਾਰੀ ਆਪਣੇ ਵਿਹੜੇ ਤੇ ਜਿਹੜੇ ਲਾਉਣ ਜਿਹਨੂੰ ਕਹਿੰਦੇ ਹਰਾ ਹਰਾ ਘਾਹ ਲਾਇਆ ਹੋਇਆ ਸੀ, ਕਹਿੰਦੇ ਸਰਦੀਆਂ ਦਾ ਮੌਸਮ, ਮੈਂ ਧੁੱਪੇ ਨਾ ਉਸ ਘਾਹ ਦੇ ਉੱਤੇ ਲੇਟਿਆ ਹੋਇਆ। ਮੈਂ ਪਾਸਾ ਪਲਟਿਆ, ਘਾਹ ਦੇ ਵਿੱਚੋਂ ਰਾਮ 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 ਦੀ ਆਵਾਜ਼ ਮੈਨੂੰ ਸੁਣਾਈ ਦਿੱਤੀ। ਕਿਉਂਕਿ ਜਿਹੜਾ ਰਾਮ ਰਾਮ ਕਰਦੇ ਉਹ ਰਾਮ ਸੁਣੇਗਾ, ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦੇ ਉਹਨੂੰ ਵਾਹਿਗੁਰੂ ਸੁਣੇਗਾ। ਕਹਿੰਦਾ ਮੈਂ ਬੜਾ ਹੈਰਾਨ ਹੋਇਆ ਕਿਉਂਕਿ ਪਹਿਲੀ ਵਾਰੀ ਸੁਣਿਆ। ਮੈਂ ਕਹਿੰਦਾ ਪਾਸਾ ਪਲਟਿਆ, ਦੂਜੇ ਕੰਨ ਲਾਇਆ ਘਰ, ਫਿਰ ਘਾਹ 'ਚੋਂ ਰਾਮ 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 ਦੀ ਆਵਾਜ਼ ਆ ਰਹੀ। ਮੈਂ ਹੈਰਾਨੀ 'ਚ ਕਹਿੰਦਾ ਉੱਠ ਖੜਿਆ। ਉੱਠ ਕੇ ਮੈਂ ਸਾਹਮਣੇ ਦਰਖਤ ਸੀ, ਉਹਦੇ ਨਾਲ ਕੰਨ ਲਾਇਆ, ਉਸ 'ਚ ਵੀ ਰਾਮ ਰਾਮ ਦੀ ਆਵਾਜ਼ ਆ ਰਹੀ ਹੈ। ਮੈਂ ਕੰਧ ਦੇ ਨਾਲ ਕੰਨ ਲਾਇਆ, ਕੰਧ 'ਚੋਂ ਵੀ ਰਾਮ ਰਾਮ ਦੀ ਆਵਾਜ਼ ਆ ਰਹੀ ਹੈ। ਮੈਂ ਆਪਣਾ ਹੱਥ ਕੰਨ ਨਾਲ ਲਾਇਆ, ਹੱਥ ਦੇ ਵਿੱਚ ਵੀ ਰਾਮ ਰਾਮ ਦੀ ਆਵਾਜ਼ ਆ ਰਹੀ ਸੀ। ਇਸ ਲਈ ਪਰਮਾਤਮਾ ਦੇ ਹਰ ਇੱਕ ਚੀਜ਼ ਦੇ ਵਿੱਚ ਹੈ, ਪਰ ਇੱਕ ਸਿਰਫ ਮਨੁੱਖਾ ਜੀਵਨ ਹੈ ਜਿਸ 'ਚ ਪਰਮਾਤਮਾ ਨੂੰ ਆਪਣੇ ਅੰਦਰੋਂ ਪ੍ਰਗਟ ਕੀਤਾ ਜਾ ਸਕਦਾ ਹੈ। ਹੋਰ ਕੋਈ ਜੂਨੀ ਪਰਮਾਤਮਾ ਨੂੰ ਪ੍ਰਗਟ ਨਹੀਂ ਕਰ ਸਕਦੀ। ਪਰਮਾਤਮਾ ਹਰ ਇੱਕ ਜੂਨੀ ਦੇ ਵਿੱਚ ਹੈ, ਪਰ ਉਹ ਜੂਨੀ ਉਸ ਪਰਮਾਤਮਾ ਤੋਂ ਕੋਈ ਲਾਭ ਨਹੀਂ ਲੈ ਸਕਦੀ। ਲਾਭ ਜੇ ਪ੍ਰਗਟ ਚੀਜ਼ ਹੈ ਉਸ ਤੋਂ ਹੀ ਲਿਆ ਜਾ ਸਕਦਾ ਹੈ, ਜਿਹੜੀ ਗੁਪਤ ਚੀਜ਼ ਹੈ ਉਸ ਤੋਂ ਅਸੀਂ ਕੋਈ ਲਾਭ ਨਹੀਂ ਲੈ ਸਕਦੇ। ਜਦੋਂ ਦੇ ਦਰਖਤ ਪਰਮਾਤਮਾ ਨੇ ਬਣਾਏ ਨੇ, ਕਿਉਂਕਿ ਜਦੋਂ ਦਾ ਜੀਵ ਬਣਾਇਆ ਦਰਖਤ ਵੀ ਨਾਲ ਹੀ ਬਣਾਏ ਨੇ। ਹਰ ਇੱਕ ਦਰਖਤ ਦੇ ਵਿੱਚ ਅੱਗ ਹੁੰਦੀ ਹੈ, ਪਰ ਲੱਖਾਂ ਸਾਲਾਂ ਤੱਕ ਮਨੁੱਖ ਨੂੰ ਇਸ ਦਾ ਗਿਆਨ ਨਹੀਂ ਸੀ। ਅੱਗ ਤੇ ਸੀ ਪਰ ਗੁਪਤ ਰੂਪ 'ਚ ਸੀ, ਬੰਦੇ ਨੂੰ ਦਿਸਦੀ ਨਹੀਂ ਸੀ। ਇਸੇ ਲੱਖਾਂ ਸਾਲਾਂ ਤੱਕ ਇਹ ਬੰਦਾ ਕੱਚਾ ਮਾਸ ਖਾ ਖਾ ਕੇ ਗੁਜ਼ਾਰਾ ਕਰਦਾ ਸੀ। ਜਾਂ ਜੇ ਕੋਈ ਫਲ ਲੱਭ ਜਾਣਾ ਉਹ ਖਾ ਲੈਣਾ, ਨਹੀਂ ਤੇ ਫਿਰ ਪਸ਼ੂ ਮਾਰਨੇ। ਅੱਗ ਤੇ ਹੈ ਕੋਈ ਨਹੀਂ ਸੀ, ਕੱਚਾ ਮਾਸ ਖਾ ਕੇ ਗੁਜ਼ਾਰਾ ਕਰਿਆ ਕਰਦਾ ਸੀ। ਹਾਲਾਂਕਿ ਅੱਗ ਤੇ ਸੀ, ਪਰ ਗੁਪਤ ਰੂਪ 'ਚ ਦਰਖਤ 'ਚ ਬੰਦਾ ਉਸ ਤੋਂ ਕੋਈ ਫਾਇਦਾ ਨਾ ਉਠਾ ਸਕਿਆ। ਅਚਾਨਕ ਬਹੁਤ ਗਰਮੀ ਪਈ, ਬਹੁਤ ਗਰਮੀ ਪਈ ਤੇ ਜਿਹੜਾ ਜੰਗਲ ਸੀ ਉਹਨੂੰ ਅੱਗ ਲੱਗੀ। ਕਿਉਂਕਿ ਗਰਮੀ ਦੇ ਵਿੱਚ ਦਰਖਤ ਗਰਮ ਹੋਏ ਦੇ ਨੇ, ਉਹ ਜਦੋਂ ਆਪਸ 'ਚ ਟਕਰਾਏ ਅੱਗ ਲੱਗੀ। ਬੰਦੇ ਨੂੰ ਗਿਆਨ ਹੋ ਗਿਆ ਕਿ ਅੱਛਾ ਇਹ ਅੱਗ ਹੈ, ਤੇ ਫਿਰ ਬੰਦੇ ਨੇ ਉਸ ਅੱਗ ਦੀ ਵਰਤੋਂ ਕਰਕੇ
ਦੇਖੋ ਫਿਰ ਕਿਆ ਕੁਛ ਬਣਾ ਬਣਾ ਕੇ ਖਾ ਰਿਹਾ ਹੈ। ਪਹਿਲੇ ਗੁਪਤ ਰੂਪ ਸੀ। ਜੇ ਪਰਮਾਤਮਾ ਗੁਪਤ ਰੂਪ ਵਿੱਚ ਹੈ ਤਾਂ ਅਸੀਂ ਉਸ ਤੋਂ ਲਾਭ ਨਹੀਂ ਉਠਾ ਸਕਦੇ। ਅਸੀਂ ਜਦੋਂ ਉਹਨੂੰ ਪ੍ਰਗਟ ਕਰ ਲਾਂਗੇ ਨਾ, ਫਿਰ ਦੇਖੋ ਕਿੰਨਾ ਲਾਭ ਹੈ ਉਸ ਤੋਂ। ਉਹਨੂੰ ਪ੍ਰਗਟ ਕਰਨਾ ਆਪਣੇ ਅੰਦਰੋਂ। ਪਾਣੀ ਧਰਤੀ 'ਚ ਹਮੇਸ਼ਾ ਤੋਂ ਸੀ, ਜਦੋਂ ਧਰਤੀ ਬਣੀ, ਪਰ ਮਨੁੱਖ ਨੂੰ ਗਿਆਨ ਨਾ ਹੋਣ ਕਰਕੇ ਕਿ ਧਰਤੀ ਦੇ ਵਿੱਚ ਪਾਣੀ ਹੈ, ਇਹ ਵਿਚਾਰਾ ਦਰਿਆਵਾਂ ਦੇ ਕੰਢੇ 'ਤੇ ਰਿਹਾ ਕਰਦਾ ਸੀ, ਉੱਥੋਂ ਪਾਣੀ ਪੀਂਦਾ ਸੀ। ਜਦੋਂ ਇਹਨੂੰ ਪਤਾ ਲੱਗਾ ਧਰਤੀ 'ਚ ਪਾਣੀ ਹੈ, ਇਹਨੇ ਖੂਹ ਲਾਉਣੇ ਸ਼ੁਰੂ ਕਰਤੇ। ਬੜਾ ਖੁਸ਼ ਹੋਇਆ ਵੀ ਹੈ, ਮੈਂ ਤਾਂ ਕਈ ਮੀਲ ਪਾਣੀ ਲੈਣ ਜਾਂਦਾ, ਪਾਣੀ ਤਾਂ ਕੋਲ ਹੀ ਹੈ। ਫਿਰ ਹੌਲੀ ਹੌਲੀ ਨਲਕੇ ਲਾ ਲਏ, ਟਿਊਬਵੈੱਲ ਲਾ ਲਏ। ਪਾਣੀ ਸਦੀਆਂ ਤੱਕ ਗੁਪਤ ਰੂਪ ਵਿੱਚ ਧਰਤੀ 'ਚ ਰਿਹਾ। ਇਹ ਬੰਦਾ ਕੋਈ ਲਾਭ ਨਹੀਂ ਉਠਾ ਸਕਿਆ। ਜਦੋਂ ਇਹਨੇ ਪਾਣੀ ਨੂੰ ਪ੍ਰਗਟ ਕਰ ਲਿਆ, ਦੇਖੋ ਮੌਜਾਂ ਲਾਤੀਆਂ ਹਨ। ਐਂ ਅਸੀਂ ਪਰਮਾਤਮਾ ਨੂੰ ਉਹਦਾ ਨਾਮ ਜਪ ਜਪ ਕੇ ਅੰਦਰੋਂ ਪ੍ਰਗਟ ਕਰਨਾ। ਜਿੱਦੇ ਪਰਮਾਤਮਾ ਨੂੰ ਆਪਣੇ ਅੰਦਰ ਪ੍ਰਗਟ ਕਰ ਲਿਆ, ਆਪਾਂ ਉਹਦੇ ਬ੍ਰਹਮ ਗਿਆਨੀ ਹੋ ਗਏ। ਉਹਦੇ ਆਪਾਂ ਰਿੱਧੀਆਂ ਸਿੱਧੀਆਂ ਦੇ ਮਾਲਕ ਹੋ ਗਏ। ਉਹਦੇ ਕਿਸੇ ਚੀਜ਼ ਦੀ ਵੀ ਸਾਡੇ ਕੋਲ ਕਮੀ ਨਹੀਂ ਰਹੇਗੀ। ਇਸ ਲਈ ਗੁਰੂ ਮਹਾਰਾਜ ਸਾਨੂੰ ਯਾਦ ਕਰਾਉਂਦੇ, ਬਿਰਥਾ ਨਾ ਬਿਨਾ ਤਨ ਅੰਧ। ਇਹ ਜਿਹੜਾ ਸਰੀਰ ਹੈ, ਇਹ ਨਾਮ ਤੋਂ ਬਿਨਾਂ ਤੇ ਵਿਅਰਥ ਹੈ। ਮੁਖ ਆਵਤ ਤਾਕ ਹੈ ਦੁਰਗੰਧ, ਤਾਕ ਹੈ ਉਸ ਦੇ ਮੁਖ ਦੇ ਵਿੱਚੋਂ ਜਿਹੜਾ ਨਾਮ ਨਹੀਂ ਜਪਦਾ, ਕਦੇ ਉਹਦੇ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈ, ਬਦਬੂ ਆਉਂਦੀ ਹੈ। ਹੁਣ ਸਵਾਲ ਪੈਂਦਾ ਵੀ ਕਾਹਦੀ ਬਦਬੂ ਹੈ? ਉਹ ਹੈ ਮਾੜੇ ਵਿਚਾਰਾਂ ਦੀ। ਉਹ ਮਾੜੇ ਵਿਚਾਰਾਂ ਦੀ, ਕਿਉਂ ਨਾਮ ਜਪਦਾ ਨਹੀਂ, ਫਿਰ ਮਾੜੇ ਕੰਮ ਕਰਦਾ। ਮਾੜੇ ਵਿਚਾਰ ਹੁੰਦੇ ਨੇ, ਮਾੜੇ ਵਿਚਾਰਾਂ ਨੂੰ ਹੀ ਬਦਬੂ ਕਿਹਾ ਗਿਆ, ਦੁਰਗੰਧ। ਸ਼ੁਭ ਵਿਚਾਰਾਂ ਨੂੰ ਸੁਗੰਧੀ ਕਿਹਾ ਗਿਆ ਹੈ। ਉਹਦੇ ਮੂੰਹ 'ਚੋਂ ਕਹਿੰਦੇ ਦੁਰਗੰਧੀ ਆਉਂਦੀ ਹੈ। ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ। ਇਹ ਖਿਆਲ ਕਰਨਾ, ਬਿਰਥਾ ਨਹੀਂ ਪੜ੍ਹਨਾ। ਇਹ ਹਿੰਦੀ ਦਾ ਸ਼ਬਦ ਹੈ। ਬਿਰਥਾ ਇਹਨੂੰ ਉਦੋਂ ਪੜ੍ਹਨਾ ਜਦੋਂ ਬੱਬੇ ਨੂੰ ਸਿਆਰੀ ਰਾਰਾ ਪੂਰਾ ਹੋਵੇਗਾ ਅਤੇ ਥੱਥੇ ਨੂੰ ਕਰਨਾ, ਉਦੋਂ ਪੜ੍ਹਨਾ ਬਿਰਥਾ। ਉਦੋਂ ਇਹ ਪੰਜਾਬੀ ਦਾ ਬਣ ਜਾਏਗਾ ਸ਼ਬਦ। ਜਦੋਂ ਪੈਰ 'ਚ ਰਾ ਰਿਹਾ, ਫਿਰ ਇਹ ਹਿੰਦੀ ਦਾ ਹੁੰਦਾ ਬ੍ਰਿਥਾ। ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ। ਬ੍ਰਿਥਾ ਮੈਨੇ ਵਿਅਰਥ, ਬਿਹਾਏ ਮੈਨੇ ਬਤੀਤ ਕਰਨਾ। ਸਿਮਰਨ ਤੋਂ ਬਿਨਾਂ ਜਿਹੜਾ ਦਿਨ ਰਾਤ ਹੈ ਨਾ, ਉਹ ਤਾਂ ਵਿਅਰਥ ਚਲੇ ਜਾਂਦੇ ਹਨ। ਇਹ ਮਨੁੱਖ ਨੂੰ ਵਿਅਰਥ ਹੀ ਵਿਹਾ ਕੇ ਚਲੇ ਜਾਂਦਾ ਹੈ। ਇਹ ਦਿਨ ਰਹਿਣ 'ਤੇ ਮਿਲੇ ਸਨ, ਤੂੰ ਨਾਮ ਜਪਣਾ। ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਨਾਮ ਜਪਣਾ। ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ। ਇਹ ਤੇ ਨਾਮ ਜਪਣਾ, ਦਿਨ ਰਾਤ ਜਪਣਾ। ਜਿੰਨਾ ਸਮਾਂ ਜਾਗਣਾ ਉਨਾ ਸਮਾਂ ਜਪਣਾ ਹੈ। ਨਹੀਂ ਤੇ ਸਮਝੋ, ਜੇ ਤੁਸੀਂ ਨਾਮ ਨਹੀਂ ਜਪਦੇ, ਤੁਹਾਡਾ ਦਿਨ ਵੀ ਤੇ ਰਹਿਣ, ਤੁਹਾਡੀ ਰਾਤ ਵੀ ਵਿਅਰਥ ਬੀਤ ਗਈ ਹੈ, ਕਿਸੇ ਲੇਖੇ 'ਚ ਨਹੀਂ ਹੈ। ਮੇਘ ਬਿਨਾ ਜਿਉਂ ਖੇਤੀ ਜਾਏ। ਮੇਘ ਹੁੰਦਾ ਬੱਦਲ, ਭਾਵ ਵਰਖਾ। ਜੇ ਵਰਖਾ ਨਾ ਹੋਵੇ, ਖੇਤੀ ਸੁੱਕ ਜਾਂਦੀ ਹੈ। ਜੇ ਵਰਖਾ ਨਾ ਹੋਵੇ, ਬੀਜ ਹੀ ਨਹੀਂ ਹੁੰਦੀ। ਹੁਣ ਤਾਂ ਚਲ ਅਸੀਂ ਟਿਊਬਵੈੱਲ ਲਾ ਲੈਣਾ, ਕਈ ਵਾਰੀ ਮੀਂਹ ਨਹੀਂ ਪੈਂਦਾ, ਆਪਾਂ ਪਾਣੀ ਲਾ ਲੈਂਦੇ। ਭਾਵ ਪਾਣੀ ਤੋਂ ਬਿਨਾਂ, ਬੱਦਲਾਂ ਤੋਂ ਬਿਨਾਂ, ਭਾਵ ਵਰਖਾ ਤੋਂ ਬਿਨਾਂ, ਭਾਵ ਪਾਣੀ ਤੋਂ ਬਿਨਾਂ ਜਿਵੇਂ ਖੇਤੀ ਸੁੱਕ ਜਾਂਦੀ ਹੈ, ਖੇਤੀ ਨਹੀਂ ਹੁੰਦੀ। ਮੀਂਹ ਤੋਂ ਬਿਨਾਂ, ਪਾਣੀ ਤੋਂ ਬਿਨਾਂ ਖੇਤੀ ਨਹੀਂ ਹੁੰਦੀ। ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕੌਮ। ਪਰਮਾਤਮਾ ਦੇ ਭਜਨ ਤੋਂ ਬਿਨਾਂ ਜਿੰਨੇ ਵੀ ਤੁਸੀਂ ਕੰਮ ਕਰ ਰਹੇ ਹੋ, ਹਰ ਇੱਕ ਵਿਅਰਥ ਹੈ। ਤੁਹਾਡੇ ਕੰਮ ਹੀ ਵਿਅਰਥ ਨੇ ਜੇ ਤੁਸੀਂ ਭਜਨ ਬੰਦਗੀ ਨਹੀਂ ਕਰਦੇ। ਇਸ ਲਈ ਗੁਰੂ ਮਹਾਰਾਜ ਨੇ ਕਿਹਾ ਕਿ ਭਾਈ ਕਿਰਤ ਕਰੋ। ਹਰ ਬੰਦੇ ਦਾ ਫਰਜ਼ ਬਣਦਾ ਕਿਰਤ ਕਰਨਾ। ਦੂਜੇ 'ਤੇ ਨਿਰਭਰ ਰਹਿਣਾ ਠੀਕ ਨਹੀਂ ਹੁੰਦਾ। ਦੂਜੇ 'ਤੇ ਨਿਰਭਰਤਾ ਦੋ ਹੀ ਰਹਿੰਦੇ ਨੇ, ਇੱਕ ਬੱਚਾ ਅਤੇ ਇੱਕ ਬੁੱਢਾ। ਕਿਉਂ? ਉਹ ਕੁਛ ਕਰ ਨਹੀਂ ਸਕਦੇ। ਅਤੇ ਜਿੰਨੇ ਜਵਾਨ ਨੇ, ਜਦੋਂ ਉਹ ਕਰਨ ਦੇ ਯੋਗ ਹੋ ਜਾਂਦੇ ਨੇ, ਫਿਰ ਵਿਹਲੇ ਨਹੀਂ ਫਿਰੀਦਾ, ਅਵਾਰਾਗਰਦੀ ਨਹੀਂ ਕਰੀਦੀ। ਜੇ ਤੁਸੀਂ ਵਿਹਲੇ ਰਹੋਗੇ, ਅੱਜ ਜਦੋਂ ਦੇ ਪੰਜਾਬ ਦੇ ਲੋਕ
ਇਹ ਜੋ ਨੌਜਵਾਨ ਤਬਕਾ ਕੰਮ ਛੱਡ ਬੈਠਾ ਅਤੇ ਵਿਹਲਾ ਰਹਿਣ ਲੱਗ ਪਿਆ, ਉਦੋਂ ਤੋਂ ਹੀ ਇੰਨੇ ਨਸ਼ਿਆਂ 'ਚ ਗਲਤਾਨ ਹੋ ਗਿਆ। ਕਿਉਂਕਿ ਵਿਹਲਾ ਬੰਦਾ, ਕਹਾਵਤ ਹੈ, ਵਿਹਲਾ ਮਨ ਸ਼ੈਤਾਨ ਦੀ ਟੂਟੀ ਹੁੰਦਾ ਹੈ। ਐਨ ਐਮਪਟੀ ਮਾਈਂਡ ਇਜ਼ ਅ ਡੈਵਲਸ ਵਰਕਸ਼ਾਪ। ਵਿਹਲਾ ਬੰਦਾ ਕੋਈ ਨਾ ਕੋਈ ਮਾੜਾ ਸੋਚਦਾ ਰਹੇਗਾ। ਜਿਹੜੇ ਧਾਰਮਿਕ ਲੋਕ ਨੇ, ਹੁਣ ਜਿਹੜੀ ਸੰਗਤ ਹੈ ਮੇਰੇ, ਸਾਰਿਆਂ ਨੂੰ ਮੈਂ ਲਾ ਰੱਖਿਆ, ਰਿਪੋਰਟਾਂ ਮੈਨੂੰ ਮਿਲਦੀਆਂ। ਕੋਈ ਕਹਿੰਦਾ ਬਾਬਾ ਜੀ ਅਸੀਂ ਹੁਣ ਤੱਕ 2 ਸਹਿਜ ਪਾਠ ਕਰ ਲਏ, ਕੋਈ ਕਹਿੰਦਾ ਮੈਂ 3 ਕਰ ਲਏ, ਕੋਈ ਕਹਿੰਦਾ ਮੈਂ ਇੰਨੇ ਰੋਜ਼ ਸੁਖਨੀ ਸਦੇ ਪਾਠ ਕਰਦਾ, ਕੋਈ ਕਹਿੰਦਾ ਮੈਂ ਇੰਨਾ ਮੂਲ ਮੰਤਰ ਕਰਦਾ, ਕੋਈ ਕਹਿੰਦਾ ਮੈਂ ਇੰਨਾ ਜਾਪ ਕਰਦਾ। ਲੇਖੇ ਲੱਗ ਰਿਹਾ ਸਮਾਂ, ਇਹ ਸਮਾਂ ਲੇਖੇ ਲੱਗ ਰਿਹਾ। ਨਾਲੇ ਕਰੋਨਾ ਵੱਲੋਂ ਧਿਆਨ ਹਟਦਾ ਹੈ। ਬਿਮਾਰੀ ਵੱਲ ਜੇ ਲਗਾਤਾਰ ਧਿਆਨ ਰਹੇਗਾ, ਯਾਦ ਰੱਖੋ ਬਿਮਾਰੀ ਪਹਿਲਾਂ ਮਨ 'ਚ ਪੈਦਾ ਹੁੰਦੀ ਹੈ। ਬਿਮਾਰੀ ਮਨ 'ਚ ਪੈਦਾ ਹੁੰਦੀ ਹੈ ਅਤੇ ਡਰਪੋਕ ਬੰਦੇ ਨੂੰ ਛੇਤੀ ਬਿਮਾਰੀ ਲੱਗਦੀ ਹੈ। ਅੱਜ ਜਿਹੜੇ ਕਰੋਨਾ ਤੋਂ ਜ਼ਿਆਦਾ ਡਰਦੇ ਨੇ, ਉਹਨਾਂ 'ਤੇ ਕਰੋਨਾ ਦਾ ਜ਼ਿਆਦਾ ਅਸਰ ਹੋ ਸਕਦਾ ਹੈ। WHO ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਸੰਸਥਾ ਸੰਸਾਰ ਦੀ, ਉਹਨਾਂ ਦੇ ਇੱਕ ਡਾਕਟਰ ਦਾ ਪਰਸੋਂ ਚੌਥੇ ਬਿਆਨ ਆ ਰਿਹਾ ਸੀ ਕਿ ਜਿਹੜੇ ਵੈਸ਼ਨੂ ਲੋਕ ਨੇ ਉਹਨਾਂ ਨੂੰ ਕਰੋਨਾ ਨਹੀਂ ਹੁੰਦਾ, ਕਰੋਨਾ ਮੀਟ ਖਾਣ ਵਾਲਿਆਂ ਨੂੰ ਹੁੰਦਾ ਹੈ। ਉਦੋਂ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ। ਮੈਂ ਜਦੋਂ ਲਾਕਡਾਊਨ ਹੋਇਆ, ਹੁਕਮਨਾਮਾ ਲਿਆ, ਮੈਂ ਉਹ ਸੰਗਤ ਜਿਹੜੀ ਸਤਸੰਗ ਭਵਨ ਨਾਲ ਜੁੜੀ ਹੋਈ ਹੈ ਉਹ ਕਰੋਨਾ ਤੋਂ ਬਚੀ ਰਹੇ, ਅਤੇ ਉੱਥੇ ਆ ਗਿਆ ਬਚੀ ਰਹੇਗੀ। ਕਿਉਂ ਬਚੀ ਰਹੇਗੀ? ਫਿਰ ਪਰਸੋਂ ਮੈਨੂੰ ਹੋਇਆ ਵੀ ਓਹੋ, ਮੇਰੀ ਤਾਂ ਸਾਰੀ ਸੰਗਤ ਹੀ ਵੈਸ਼ਨੂ ਹੈ, ਇਹ ਤਾਂ ਮੀਟ ਖਾਂਦੇ ਹੀ ਨਹੀਂ ਹੈਗੇ, ਅਤੇ ਕਰੋਨਾ ਤਾਂ ਮੀਟ ਖਾਣ ਵਾਲਿਆਂ ਨੂੰ ਹੁੰਦਾ ਹੈ। ਇਸ ਲਈ ਨਾਲੇ ਦੂਜਾ ਭਜਨ ਬੰਦਗੀ ਕਰਨ ਨਾਲ ਮਨ ਦੂਜੇ ਪਾਸੇ ਨੂੰ ਹੋ ਜਾਂਦਾ ਹੈ। ਜਦੋਂ ਮਨ ਇਸ ਬਿਮਾਰੀ ਦੇ ਖਿਆਲ ਵੱਲੋਂ ਹਟ ਜਾਏਗਾ, ਦੂਜੇ ਪਾਸੇ ਨੂੰ ਹੋ ਜਾਏਗਾ, ਇਹ ਬਿਮਾਰੀ ਵੀ ਘੱਟ ਅਟੈਕ ਕਰੇਗੀ ਬੰਦੇ 'ਤੇ। ਇਸ ਲਈ ਜਿਹੜਾ ਵਿਹਲਾ ਸਮਾਂ ਮਿਲਿਆ, ਜਿੰਨਾ ਸਮਾਂ ਵੀ ਸਰਕਾਰ ਕਹਿੰਦੀ ਭਾਈ ਅੰਦਰ ਰਹੋ, 6-6 ਫੁੱਟ ਦੀ ਦੂਰੀ ਰੱਖੋ, ਪਰਹੇਜ਼ ਕਰਨਾ ਸਾਡਾ ਫਰਜ਼ ਹੈ। ਕਹਿੰਦੇ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਇਲਾਜ ਨਾਲ ਪਰਹੇਜ਼ ਚੰਗਾ ਹੁੰਦਾ ਹੈ। ਪਰਹੇਜ਼ ਰੱਖੋ। ਖਾਸ ਕਰ ਦੇਖੋ, ਵਾਰੀ ਕੇ 10 ਸਾਲ ਤੋਂ ਛੋਟੇ ਬੱਚੇ ਅਤੇ 60 ਸਾਲ ਤੋਂ ਵੱਡੀ ਉਮਰ ਦੇ ਬੰਦੇ, ਇਹ ਬਾਹਰ ਨਾ ਨਿਕਲੋ, ਕਿਉਂਕਿ ਇਹਨਾਂ 'ਤੇ ਬਿਮਾਰੀ ਦਾ ਛੇਤੀ ਅਸਰ ਹੁੰਦਾ ਹੈ। ਬਾਕੀ ਜਿਹੜੇ ਨੌਜਵਾਨ ਨੇ ਉਹ ਬਾਹਰ ਨਿਕਲੋ, ਕੰਮ ਧੰਦਾ ਕਰੋ, ਧਨ ਕਮਾਓ, ਕਾਰਖਾਨੇ ਚਲਾਓ, ਖੇਤੀਬਾੜੀ ਚਲਾਓ, ਤਾਂ ਜੋ ਦੇਸ਼ ਗਰੀਬ ਨਾ ਕਿਤੇ ਹੋ ਜਾਵੇ। ਪਰ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ, ਜਿੰਨਾ ਚਿਰ ਕਰੋਨੇ ਦਾ ਪ੍ਰਭਾਵ ਖਤਮ ਨਹੀਂ ਹੋ ਜਾਂਦਾ। ਪਰਹੇਜ਼ ਕਰਨਾ ਸਾਡਾ ਫਰਜ਼ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕੌਮ। ਜਿੰਨੇ ਵੀ ਅਸੀਂ ਕੰਮ ਕਰਦੇ ਹਾਂ, ਜੇ ਅਸੀਂ ਭਜਨ ਬੰਦਗੀ ਨਹੀਂ ਕਰਦੇ, ਕਹਿੰਦੇ ਉਹ ਸਾਰੇ ਕੰਮ ਵਿਅਰਥ ਨੇ। ਜਿਉਂ ਕਿਰਪਨ ਕੇ ਨਿਰਾਰਥ ਦਾਮ। ਕਿਰਪਨ ਦਾ ਕੰਜੂਸ, ਆਮ ਕਾ ਕੰਜੂਸ ਮੱਖੀ ਚੂਸ। ਤੁਸੀਂ ਕਹੋਗੇ ਇਹ ਕੀ ਗੱਲ ਬਈ, ਤੁਸੀਂ ਹੈਰਾਨ ਹੋਗੇ, ਤੁਹਾਨੂੰ ਕਚਿਆਨ ਆਵੇਗੀ। ਕਈ ਸਾਲਾਂ ਦੀ ਗੱਲ ਹੈ, ਮੈਂ ਇੱਕ ਦੁਕਾਨ 'ਤੇ ਖੜ੍ਹਾ, ਮਠਿਆਈ ਦੁਕਾਨ 'ਤੇ, ਜਿਹੜੇ ਰਸਗੁੱਲੇ ਸਨ ਉਹਨਾਂ 'ਚ ਰਾਤ ਨੂੰ ਚੂਹਾ ਵਿੱਚ ਡਿੱਪਿਆ, ਰਸ 'ਚ ਫਸ ਗਿਆ, ਮਰ ਗਿਆ ਹੈ। ਦੇਖੋ, ਦੁਕਾਨਦਾਰ ਨੇ ਇਹ ਨਹੀਂ ਸੋਚਿਆ ਕਿ ਗਾਹਕ ਖੜ੍ਹਾ ਹੈ, ਨਾ, ਉਹਨੇ ਚੂਹਾ ਇਹ ਨਹੀਂ ਕਿ ਚੁੱਕ ਕੇ ਬਾਹਰ ਸੁੱਟਤਾ ਹੈ, ਨਹੀਂ। ਤੁਸੀਂ ਹੈਰਾਨ ਹੋ ਗਏ ਦੇਖ ਕੇ, ਮੈਂ ਹੱਕਾ ਬੱਕਾ ਰਹਿ ਗਿਆ। ਉਸ ਨੇ ਚੂਹੇ ਦਾ ਜਿਹੜਾ ਰਸ ਲੱਗਾ ਸੀ ਨਾ, ਉਹ ਚੂਹੇ ਦਾ ਰਸ ਉਹ ਭਾਂਡੇ 'ਚ ਹੀ ਸਾਰਾ ਨਿਚੋੜ ਲਿਆ ਹੈ ਅਤੇ ਚੂਹਾ ਬਾਹਰ ਸੁੱਟਦਾ ਹੈ। ਖਾ ਲਓ ਰਸਗੁੱਲੇ। ਇਹ ਕਹਿੰਦੇ ਕੰਜੂਸ ਵੀ ਆ ਜਿਹੜਾ ਉਹਨੂੰ ਅੱਧੀ ਛਟਾਕ ਰਸ ਲੱਗ ਗਏ, ਇਹ ਕਾਹਨੂੰ ਸੁੱਟਣੇ। ਚੂਹੇ ਤਾਂ ਰਸ ਉੱਤੋਂ ਲਾ ਲਿਆ ਉਂਗਲਾਂ ਨਾਲ ਅਤੇ ਉਹਨੂੰ ਸੁੱਟਦਾ ਬਾਹਰ ਮਰੇ ਹੋਏ ਚੂਹੇ ਨੂੰ। ਇਹ ਕਿਰਪਨ। ਮੈਂ ਕੀ ਕਰਦਾ, ਜਿਵੇਂ ਲੌਕਰ ਹੁੰਦੇ ਨੇ, ਇਹ ਜਿਹੜੇ ਕੰਜੂਸ ਨੇ, ਇਹ ਸਿਰਫ ਲੌਕਰ ਦਾ ਕੰਮ ਕਰਦੇ ਨੇ। ਲੌਕਰ ਵਿੱਚ ਪੈਸਾ ਪਿਆ, ਲੌਕਰ ਨੂੰ ਉਹਦਾ ਕੋਈ ਭਾਅ ਨਹੀਂ ਹੈ। ਕੰਜੂਸ ਕੋਲੇ ਪੈਸਾ ਹੈ, ਕੰਜੂਸ ਨੂੰ ਉਹਦਾ ਕੋਈ ਭਾਅ ਨਹੀਂ, ਕਿਉਂਕਿ ਉਹ ਪੈਸਾ ਖਰਚਦੇ ਹੀ ਨਹੀਂ ਹੈਗੇ। ਇੱਕ ਵਾਰ 2-3 ਕੰਜੂਸ ਬੈਠੇ,
ਕਹਿੰਦੇ ਵੀ ਤੂੰ ਰੋਟੀ ਕਿਵੇਂ ਚੋਪੜਦਾ? ਕਹਿੰਦਾ ਮੈਂ ਨਾ ਚਮਚਾ ਲਵੇੜ ਲੈਣਾ ਘਿਓ 'ਚ ਅਤੇ ਉਹਨੂੰ ਪੁੱਠਾ ਕਰਕੇ ਰੋਟੀ ਚੋਪੜਦਾ। ਕਹਿੰਦਾ ਅੱਛਾ, ਤੂੰ ਘਿਓ ਦੀ ਇੰਨੀ ਬਰਬਾਦੀ ਕਰਦਾ? ਉਹ ਕਹਿੰਦਾ ਤੂੰ ਕਿਵੇਂ ਚੋਪੜਦਾ? ਕਹਿੰਦਾ ਮੈਂ ਤੀਲਾ ਲੈਣਾ, ਘਿਓ 'ਚ ਡਬੋ ਕੇ ਨਾ ਤੀਲੇ ਨਾਲ ਰੋਟੀ ਚੋਪੜਦਾ। ਤੀਜਾ ਕਹਿੰਦਾ ਓਏ ਤੈਨੂੰ ਤਾਂ ਰੋਟੀ ਨਹੀਂ ਚੋਪੜਨੀ ਆਉਂਦੀ, ਇੰਨਾ ਖਰਚਾ ਕਰਦਾ ਤੂੰ? ਉਹ ਕਹਿੰਦਾ ਤੂੰ ਕੀ ਕਰਦਾ? ਕਹਿੰਦਾ ਮੈਂ ਰੋਟੀ ਘਿਓ ਵਾਲੇ ਡੱਬੇ ਵੱਲ ਨੂੰ ਕਰਦਾ, ਬਸ ਉਹ ਡੱਬਾ ਵਿਖਾ ਕੇ ਰੋਟੀ ਮੋੜ ਲਿਆਉਣਾ। ਕਹਿੰਦਾ ਇਹ ਨੇ ਕੰਜੂਸ, ਇਹਨੂੰ ਕਹਿੰਦੇ ਕਿਰਪਨ। ਜਿਉਂ ਕਿਰਪਨ ਕੇ ਨਿਰਾਰਥ ਦਾਮ, ਨਿਰਾਰਥ ਦਾ ਵਿਅਰਥ, ਦਾਮ ਦਾ ਪੈਸੇ। ਜਿਵੇਂ ਕੰਜੂਸ ਦੇ ਪੈਸੇ ਕੰਜੂਸ ਲਈ ਵਿਅਰਥ ਨੇ। ਮੰਨ ਲਓ ਮੈਂ ਕੋਈ ਚੀਜ਼ ਵਰਤਦਾ ਹੀ ਨਹੀਂ, ਮੇਰੇ ਲਈ ਵਿਅਰਥ ਹੈ, ਭਾਵੇਂ ਮੇਰੇ ਕੋਲ ਪਈ ਹੋਵੇ, ਮੈਂ ਉਹਨੂੰ ਵਰਤਦਾ ਹੀ ਨਹੀਂ, ਫਿਰ ਮੇਰੇ ਲਈ ਤਾਂ ਵਿਅਰਥ ਹੀ ਹੋਈ ਨਾ। ਕੰਜੂਸ ਦੇ ਪੈਸੇ ਵੀ ਕੰਜੂਸ ਲਈ ਵਿਅਰਥ ਨੇ। ਇਸ ਤਰੀ ਪਰਮਾਤਮਾ ਦੇ ਭਜਨ ਤੋਂ ਬਿਨਾਂ ਜਿਹੜੇ ਸਾਡੇ ਸਾਰੇ ਕੰਮ ਨੇ ਉਹ ਵੀ ਵਿਅਰਥ ਨੇ। ਫਿਰ ਅੱਗੇ ਕਹਿੰਦੇ ਧਨ ਧਨ ਤੇ ਜਨ। ਜਨ ਪਰਮਾਤਮਾ ਦੇ ਸੇਵਕਾਂ ਨੂੰ ਕਿਹਾ। ਜਨ ਉਹ ਲੋਕ ਜਿਹੜੇ ਭਜਨ ਬੰਦਗੀ ਕਰਦੇ ਨੇ। ਉਹ ਜਨ, ਉਹ ਭਜਨ ਬੰਦਗੀ ਕਰਨ ਵਾਲੇ ਲੋਕ ਧਨ ਹਨ, ਧਨ ਹਨ। ਤੇ ਬਣੇ ਉਹ ਧਨ ਧਨ ਤੇ ਜਨ, ਉਹ ਜਨ ਧਨ ਹਨ, ਧਨ ਹਨ। ਇਹਨੂੰ ਜਿਹੇ ਬੋਲਣਾ, ਜੱਜਣ ਸੈਰੀ ਬੋਲਣੀ ਹੈ। ਬਹੁਤ ਸਾਰੇ ਪਾਠੀ ਜਦੋਂ ਮੈਂ ਪਾਠ ਸੁਣਦਾ ਹਾਂ ਬੋਲਦੇ ਨੇ ਜਹ। ਜਹ ਤਾਂ ਹੁੰਦਾ ਜੇ ਜੱਜੇ ਨੂੰ ਸਿਹਾਰੀ ਦਿਲਾਵਾਂ ਲੱਗੀਆਂ ਹੁਣ, ਇਹ ਤਾਂ ਜੱਜੇ ਨੂੰ ਸਿਹਾਰੀ ਹੈ। ਚਾਰ ਸ਼ਬਦ ਆਉਂਦੇ ਨੇ, ਇੱਕ ਹੈ ਏ, ਦੂਜਾ ਜੇ, ਤੀਜਾ ਤੇ, ਚੌਥਾ ਕੇ। ਇਹ ਤਾਂ ਸਾਰਿਆਂ ਨੂੰ ਬੋਲਣਾ ਆਉਂਦਾ। ਇਹ ਜਿਹੜੇ ਸਾਰੀ ਹਾ ਇਹ ਸਾਰੇ ਪਾਠੀ ਠੀਕ ਬੋਲਦੇ ਨੇ, ਪਰ ਜੇ ਕੇ ਤੇ ਇਹਨੂੰ 95% ਪਾਠੀ ਬੋਲਦੇ ਜੈ ਕਹਿ ਤੈ, ਉਹ ਸਾਰੀ ਗੜਬੜ ਕਰ ਦਿੰਦੇ ਹਨ। ਬਾਣੀ ਨੂੰ ਬੜੇ ਧਿਆਨ ਨਾਲ ਪੜ੍ਹਨਾ ਹੁੰਦਾ। ਵੈਸੇ ਹਰ ਕੰਮ ਹੀ ਧਿਆਨ ਨਾਲ ਕਰੀਦਾ। ਆਹ ਦੇਖੋ ਦੁਰਘਟਨਾਵਾਂ ਹੋ ਰਹੀਆਂ ਨੇ, ਕਿਉਂ ਹੋ ਰਹੀਆਂ? ਸਾਡੇ ਬੇਧਿਆਨ ਹੋਣ ਕਾਰਨ। ਜਦੋਂ ਦੋਨਾਂ ਪਾਸਿਆਂ 'ਚੋਂ ਇੱਕ ਡਰਾਈਵਰ ਵੀ ਬੇਧਿਆਨ ਹੋ ਜਾਏਗਾ ਤਾਂ ਨਤੀਜਾ ਕੀ ਨਿਕਲੇ? ਐਕਸੀਡੈਂਟ ਹੋਏਗਾ, ਆਪ ਵੀ ਮਰੇਗਾ, ਦੂਜਿਆਂ ਨੂੰ ਵੀ ਮਾਰੇਗਾ। ਇਸੇ ਤਰ੍ਹਾਂ ਬਾਣੀ ਨੂੰ ਵੀ ਬੜੇ ਧਿਆਨ ਨਾਲ ਪੜ੍ਹਨਾ। ਊੜਾ ਆੜਾ ਤਾਂ ਆਉਂਦਾ ਹੀ ਹੁੰਦਾ, ਪਾਠੀ ਬਣ ਲਈ ਊੜਾ ਆੜਾ ਤਾਂ ਆਉਂਦਾ ਹੀ ਹੁੰਦਾ, ਬਸ ਉਹਨੂੰ ਜੋੜਨਾ ਆਉਣਾ ਚਾਹੀਦਾ। ਵੀ ਜੱਜਣ ਸਿਆਰੀ ਜੇ, ਹਾ ਜੇ। ਧਨ ਧਨ ਤੇ ਜਨ, ਉਹ ਜਨ ਧਨ ਹਨ, ਧਨ ਹਨ। ਜਿਹੇ ਘਟ ਬਸਿਓ ਹਰ ਨਾਉ। ਜਿਨ੍ਹਾਂ ਦੇ ਹਿਰਦੇ, ਘਟ ਮੈਨੇ ਹਿਰਦਾ, ਜਿਨ੍ਹਾਂ ਦੇ ਹਿਰਦੇ 'ਚ ਹਰੀ ਦਾ ਨਾਮ ਵਸ ਗਿਆ ਨਾ, ਕਹਿੰਦੇ ਉਹ ਤੇ ਧਨ ਨੇ, ਧਨ ਨੇ, ਉਹ ਤੇ ਧਨਤਾ ਦੇ ਯੋਗ ਨੇ। ਨਾਮ ਜਪਦਿਆਂ 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 ਪਰਮਾਤਮਾ ਦਾ ਨਾਮ ਹਿਰਦੇ 'ਚ ਵਸ ਜਾਂਦਾ, ਉਹਦੀ ਯਾਦ ਵਸ ਗਈ, ਬਸ ਇਹੀ ਨਾਮ ਹੁੰਦਾ। ਨਾਨਕ ਤਾਕੈ ਬਲ ਬਲ ਜਾਉ। ਗੁਰੂ ਮਹਾਰਾਜ ਕਹਿੰਦੇ ਮੈਂ ਤਾਂ ਉਹਨਾਂ ਤੋਂ ਬਲਿਹਾਰ ਜਾਂਦਾ। ਕਿਹਨਾਂ ਤੋਂ? ਜਿਨ੍ਹਾਂ ਦੇ ਹਿਰਦੇ ਪਰਮਾਤਮਾ ਦਾ ਨਾਮ ਵਸ ਗਿਆ ਹੈ। ਨਾਨਕ ਤਾਕੈ ਬਲ ਬਲ ਜਾਉ। ਗੁਰੂ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ। ਕਿਹਨਾਂ ਤੋਂ? ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਗਿਆ। ਅਤੇ ਨਾਮ ਵਸਦਾ ਹੈ, ਲਗਾਤਾਰ ਸਾਲਾਂ ਬੱਧੀ ਨਾਮ ਜਪੀ ਜਾਣਾ ਹੈ। ਇਹ ਤਾਂ ਬੜਾ ਹੀ ਵਧੀਆ ਰੁਝੇਵਾਂ ਹੈ। ਇੱਕ ਨਾਮ ਜਪਣ ਵਾਲੇ ਨੂੰ, ਬਾਣੀ ਪੜ੍ਹਨ ਵਾਲੇ ਤਾਂ ਇਕੱਲਤਾ ਮਹਿਸੂਸ ਹੀ ਨਹੀਂ ਹੁੰਦੀ। ਮੈਨੂੰ ਕਈ ਕਹਿਣਗੇ ਬਾਬਾ ਜੀ ਜੀ ਲੱਗਦਾ ਇਕੱਲਿਆਂ ਦਾ। ਮੈਂ ਯਾਰ ਤੂੰ ਬਾਣੀ ਨਹੀਂ ਪੜ੍ਹਦਾ? ਕਹਿੰਦਾ ਪੜ੍ਹਦਾ ਜੀ, ਮੈਂ ਬਾਣੀ ਲਿਖਿਆ ਸਤਿਗੁਰ ਸੰਗ ਸਦਾ ਹੈ ਨਾਲੇ। ਵੀ ਗੁਰੂ ਤੇ ਸਦਾ ਹੀ ਨਾਲ ਹੈ। ਕਿਹਦੇ ਨਾਲ ਹੈ? ਸਦਾ ਕਿਹਦੇ ਨਾਲ ਹੈ? ਗੁਰ ਕਾ ਸ਼ਬਦ ਬਸੈ ਜੀ ਨਾਲੇ। ਗੁਰੂ ਦਾ ਸ਼ਬਦ ਜਦੋਂ ਸਾਡੇ ਹਿਰਦੇ 'ਚ ਵਸ ਜਾਏਗਾ, ਸਾਡੇ ਨਾਲ ਹਮੇਸ਼ਾ ਹੀ ਗੁਰੂ ਹੋਵੇਗਾ। ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ, ਵਾਹਿਗੁਰੂ ਤੁਹਾਡੇ ਨਾਲ ਹੈ। ਤੁਸੀਂ ਫਿਰ ਇਕੱਲੇ ਕਿਵੇਂ ਹੋਏ? ਤੁਸੀਂ ਇਕੱਲੇ ਕਿਵੇਂ ਹੋਏ?
ਜੋ ਵਾਹਿਗੁਰੂ 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 ਕਰ ਰਹੇ ਹੋ, ਵਾਹਿਗੁਰੂ ਨਾਲ ਹੈ। ਬਾਣੀ ਦਾ ਕੋਈ ਸ਼ਬਦ ਪੜ੍ਹ ਰਹੇ ਹੋ, ਜਿਸ ਗੁਰੂ ਦੀ ਬਾਣੀ ਹੈ ਉਹ ਤੁਹਾਡੇ ਨਾਲ ਹੈ। ਅਤੇ ਜਦੋਂ ਦੋ ਹੋਣ ਉਦੋਂ ਜੀ ਲੱਗ ਹੀ ਜਾਂਦਾ, ਇਕੱਲੇ ਦਾ ਹੀ ਨਹੀਂ ਨਾ ਲੱਗਦਾ। ਭਜਨ ਬੰਦਗੀ ਵਾਲਾ ਇਕੱਲਾ ਹੁੰਦਾ ਹੀ ਨਹੀਂ, ਉਹ ਜਾਂ ਬਾਣੀ ਪੜ੍ਹ ਰਿਹਾ ਹੁੰਦਾ ਜਾਂ ਨਾਮ ਜਪ ਰਿਹਾ ਹੁੰਦਾ। ਜੋ ਬਾਣੀ ਪੜ੍ਹ ਤੇ ਗੁਰੂ ਨਾਲ ਹੈ, ਨਾਮ ਜਪ ਰੱਬ ਨਾਲ ਹੈ। ਇਸ ਲਈ ਇਹ ਤਾਂ ਬਹੁਤ ਹੀ ਵਧੀਆ ਰੁਝੇਵਾਂ ਹੈ, ਬੜਾ ਹੀ ਸਾਰਥਕ ਲਾਭਦਾਇਕ ਰੁਝੇਵਾਂ ਹੈ। ਜਦੋਂ ਵੇਹਲ ਮਿਲੇ ਜੀ ਨਹੀਂ ਨਾ ਲੱਗ ਰਿਹਾ, ਮਨ ਨਹੀਂ ਲੱਗ ਰਿਹਾ ਹੈ, ਬਜਾਏ ਕਿ ਲੋਕਾਂ ਨੂੰ ਫੋਨ ਕਰੀ ਜਾਣ ਦੇ ਹਾਲ, ਉਦੋਂ ਆਪਣਾ ਨਾਮ ਜਪੋ, ਬਾਣੀ ਪੜ੍ਹੋ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਗਿਆ ਹੈ, ਹੇ ਪਰਮਾਤਮਾ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਸਤਿਕਾਰਯੋਗ ਸਾਧ ਸੰਗਤ ਜੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।